ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧि ਸਮਝਾਵੋ। हम ज्ञान अलप मत थोड़ी तुम अपन बिरद रखाओ। तुमरी शरण तुम्हारी आसा तुम ही सज्जन सुहेले। रागो रागण वार दयाला नानक करके गुले। जी राखो राखण हार दयाला नानक करके गुले। वाहिगुरु जी का खालसा वाहिगुरु जी की फतेह। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਓਟ ਆਸਰਾ ਲੈ ਕੇ ਸਾਰੇ ਮਾਈ ਭਾਈ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਜੀਵਨ ਦੇ ਮਨੋਰਥ ਨੂੰ ਸਫਲਾ ਕਰ ਰਹੇ ਹੋ। ਗੁਰੂ ਮਹਾਰਾਜ ਸਾਰਿਆਂ 'ਤੇ ਰਹਿਮਤਾਂ ਬਖਸ਼ਿਸ਼ਾਂ ਵਰਤਾਉਣ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਸ਼ਹਿਨਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਸਾਰੇ ਮਾਈ ਭਾਈ ਆਪ ਜੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਤਰਸ ਕੀਤਾ ਸੀ। ਲਗਾਤਾਰ ਕਰੀਬ 1 ਸਾਲ ਤੋਂ ਜੋ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਅਸੀਂ ਮਿਲ ਬੈਠ ਕੇ ਸਾਂਝ ਕੀਤੀ ਹੈ। ਇਹ ਸਤਿਗੁਰੂ ਦਾ ਤਰਸ ਹੋਇਆ ਹੈ। ਸੋ ਆਓ ਅੱਜ ਉਸ ਪਵਿੱਤਰ ਮੁਕੱਦਸ ਬਾਣੀ ਨੂੰ ਅਸੀਂ ਇਹ ਵਿਚਾਰਨ ਦਾ ਯਤਨ ਕਰੀਏ ਕਿ ਉਸ ਬਾਣੀ ਜਿਹੜੀ ਅਸੀਂ ਬਾਣੀ ਪੜ੍ਹਦੇ ਹਾਂ ਉਹਦਾ ਕੀ ਮਹਾਤਮ ਹੈ। ਕਿਉਂਕਿ ਹਰ ਕੋਈ ਬੰਦਾ ਇਹ ਸੋਚਦਾ ਹੈ ਕਿ ਮੈਨੂੰ ਜਿਹੜਾ ਕਾਰਜ ਮੈਂ ਕਰਦਾ ਵਾਂ ਉਹਦਾ ਮੈਨੂੰ ਪ੍ਰੋਫਿਟ ਕੀ ਮਿਲੇਗਾ। ਕੋਈ ਵੀ ਬਿਜ਼ਨਸ ਕਰਦਾ ਹੈ, ਜੌਬ ਕਰਦਾ ਹੈ, ਸਭ ਤੋਂ ਪਹਿਲਾਂ ਉਹਦਾ ਇਹ ਧਿਆਨ ਹੁੰਦਾ ਹੈ ਕਿ ਇਹਦੇ ਵਿੱਚੋਂ ਮੈਨੂੰ ਪ੍ਰਾਪਤੀ ਕੀ ਹੋਣੀ ਹੈ। ਕਈ ਵਾਰੀ ਜਦੋਂ ਸਾਨੂੰ ਉਹਦੀ ਪ੍ਰਾਪਤੀ ਦਾ ਨਹੀਂ ਪਤਾ ਲੱਗਦਾ ਤੇ ਸਾਡਾ ਫਿਰ ਮਨ ਵੀ ਉਖੜਦਾ ਹੈ, ਭਾਵ ਉਹਦੇ ਵਿੱਚ ਮਨ ਨਹੀਂ ਜੁੜਦਾ। ਅਤੇ ਜਦੋਂ ਸਾਨੂੰ ਉਸ ਦਾ ਪ੍ਰੋਫਿਟ ਦਾ ਪਤਾ ਲੱਗੇਗਾ, ਲਾਭ ਦਾ ਪਤਾ ਲੱਗੇਗਾ, ਅਤੇ ਫਿਰ ਉਸ ਦੇ ਵਿੱਚ ਸਾਡੀ ਇੱਕ ਇੰਟਰਸਟ ਹੈ, ਜਿਹੜਾ ਰੁਚੀ ਹੈ, ਉਹ ਹੋਰ ਵੱਧ ਜਾਏਗੀ। ਕਿਉਂਕਿ ਹਰ ਗੱਲ ਦੇ ਵਿੱਚ ਬੰਦਾ ਇਹ ਸੋਚਦਾ ਹੈ ਮੈਨੂੰ ਕੁਛ ਲਾਭ ਪ੍ਰਾਪਤ ਹੋਵੇ। ਔਰ ਇਹ ਜਦੋਂ ਅਸੀਂ ਗੁਰੂ ਦੀ ਬਾਣੀ, ਗੁਰੂ ਦੀਆਂ ਵਿਚਾਰਾਂ, ਗੁਰੂ ਦੀਆਂ ਸਾਖੀਆਂ ਅਸੀਂ ਮਿਲ ਬੈਠ ਕੇ ਜਦੋਂ ਸਾਂਝ ਕਰਨੇ ਹਾਂ ਅਤੇ ਜਿਉਂ ਤੁਹਾਨੂੰ ਰਸ ਆਏਗਾ ਅਤੇ ਇੱਕ ਗੱਲ ਪੱਕੀ ਹੈ ਕਿ ਸਾਡੇ ਮਨਾਂ ਵਿੱਚ ਇੱਕ ਬੜੀ ਵੱਡੀ ਗੱਲ ਆਏਗੀ ਕਿ ਮੈਂ ਹੋਰ ਸੁਣਾ, ਕਿ ਮੈਨੂੰ ਹੋਰ ਪਤਾ ਲੱਗੇ ਗੁਰੂ ਸਾਹਿਬ ਕੀ ਬਖਸ਼ਿਸ਼ਾਂ ਸਾਡੇ ਵਾਸਤੇ ਕਰਕੇ ਗਏ ਨੇ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਇਹ ਮਨ ਵਿੱਚ ਖਿਆਲ ਆਏਗਾ ਕਿ ਮੈਂ ਹੋਰ ਸੁਣਾ, ਹੋਰ ਸੁਣਾ। ਔਰ ਜਿਹੜੀ ਇਹ ਮੁੱਢਲੀ ਬਾਣੀ ਹੈ ਸਾਧ ਸੰਗਤ, ਇਹ ਸਭ ਨੂੰ ਹਿਦਾਇਤ ਹੈ ਕਿ ਇਸ ਬਾਣੀ ਤੋਂ ਬਿਨਾਂ ਆਪਣੀ
ਜ਼ਿੰਦਗੀ ਦੀ ਸ਼ੁਰੂਆਤ ਦਿਨ ਦੀ ਕਦੇ ਵੀ ਨਾ ਕਰੋ। ਦੁਨੀਆ ਦੇ ਕਾਰਜ ਸਾਰੇ ਕਰੋ। ਬੜੇ ਧਿਆਨ ਨਾਲ ਇਹ ਗੱਲਾਂ ਪੱਲੇ ਬੰਨ੍ਹ ਲੈਣਾ ਕਿ ਸਿੱਖ ਦੀ ਸ਼ੁਰੂਆਤ ਹੀ ਜਪਜੀ ਤੋਂ ਹੋਵੇ। ਦੇਖੋ, ਗੁਰੂ ਸਾਹਿਬ ਨੇ ਸਾਨੂੰ ਬੜੀ ਸੋਹਣੀ ਉਦਾਹਰਨਾਂ ਵੀ ਦਿੱਤੀਆਂ। ਮੈਂ ਕਈ ਵਾਰੀ ਸੋਚਣਾ ਕਿ ਈਵਨ ਸ਼ੁਰੂਆਤ ਦੀ ਗੱਲ ਨਹੀਂ, ਅਖੀਰਲਾ ਸਮਾਂ ਵੀ ਜਦੋਂ ਕਦੀ ਆਉਂਦਾ ਹੈ, ਉਹੀ ਬੰਦਾ ਜਪਜੀ ਸਾਹਿਬ ਗਾ ਸਕਦਾ ਹੈ ਜਿਨ੍ਹੇ ਰੋਜ਼ਾਨਾ ਜਪਜੀ ਸਾਹਿਬ ਦੀ ਮਹਿਮਾ ਕੀਤੀ ਹੋਏਗੀ। ਤੇ ਭਾਈ ਪ੍ਰਹਲਾਦ ਸਿੰਘ ਜੀ ਦਾ ਬੜਾ ਸੁੰਦਰ ਰਹਿਤਨਾਮਾ ਹੈ, ਬਿਨ ਜਪ ਜਾਪ ਜਪੇ ਬਿਨਾ ਜੋ ਜੇਵੇਂ ਪ੍ਰਸਾਦ। ਅਗਰ ਕੋਈ ਭਾਈ ਕੋਈ ਵੀ ਸਰੀਰ, ਸਾਰਿਆਂ ਵਾਸਤੇ ਇਹ ਰਹਿਤਨਾਮਾ ਹੈ, ਗੁੱਸਾ ਨਾ ਕਰਨਾ, ਕੋਈ ਵੀ ਸਰੀਰ ਬਿਨਾਂ ਜਪਜੀ ਤੋਂ ਜੇ ਮੁਖ ਤੋਂ ਲਾਉਂਦਾ ਹੈ ਤੇ ਪ੍ਰਹਲਾਦ ਜੀ ਕਹਿੰਦੇ ਹਨ, ਸੋ ਵਿਸ਼ਟਾ ਕਾ ਕਿਰਮ ਹੋਏ। ਉਹ ਵਿਦਿਆ ਮਾਈਕ ਪਲੀਜ਼ ਬੰਦ ਕਰ ਦੇਣਾ। ਸੋ ਵਿਸ਼ਟਾ ਕਾ ਕਿਰਮ ਹੋਏ ਜਨਮ ਗਵਾਇਓ ਬਾਦ। ਉਹ ਸਮਝੋ ਕਿ ਜਨਮ ਗਵਾ ਦਿੱਤਾ ਹੈ। ਤੋ ਗੁਰੂ ਸਾਹਿਬ ਸਾਨੂੰ ਇੱਕ ਬੜੀ ਵੱਡੀ ਬਖਸ਼ਿਸ਼ ਕਰਕੇ ਇਹ ਮਨੁੱਖਤਾ ਦੇ ਭਲੇ ਵਾਸਤੇ ਇੱਕ ਬਹੁਤ ਵੱਡਾ ਸਾਨੂੰ ਇੱਕ ਗੁਰਬਾਣੀ ਦਾ ਇਹ ਜਪਜੀ ਸਾਹਿਬ ਦਾ ਇੱਕ ਖਜ਼ਾਨਾ ਦੇ ਕੇ ਗਏ ਨੇ। ਦੇਖੋ, ਦੁਨੀਆ ਦੇ ਬੜੇ ਮੰਤਰ ਨੇ, ਬੜੇ ਜੰਤਰ ਨੇ, ਤੰਤਰ ਨੇ। ਤੁਸੀਂ ਕਦੀ ਦੂਜੇ ਧਰਮਾਂ ਦੀ ਸਟੱਡੀ ਕਰੋ ਨਾ, ਤੁਹਾਨੂੰ ਬੜੇ ਹੀ ਤਰ੍ਹਾਂ ਦੇ ਮੰਤਰ ਨਜ਼ਰ ਆਉਣਗੇ। ਪਰ ਮੈਂ ਇੱਕ ਗੱਲ ਕਹਿ ਦਿਆਂ, ਜਪਜੀ ਸਾਹਿਬ ਤੋਂ ਵੱਡਾ ਕੋਈ ਮਹਾ ਮੰਤਰ ਹੈ ਹੀ ਨਹੀਂ ਹੈ। ਜਿਹੜਾ ਵੀ ਕੋਈ ਸਰੀਰ ਅਗਰ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹਦਾ ਹੈ, ਉਹਦੇ ਉੱਤੇ ਕਿਸੇ ਤਰ੍ਹਾਂ ਦਾ ਜੰਤਰ ਤੰਤਰ ਮੰਤਰ ਦਾ ਅਸਰ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਉਹਦੇ ਘਰ ਦੇ ਕੂੜੇ ਦੇ ਵਿੱਚ ਵੀ ਕੋਈ ਟੂਣਾ ਨਹੀਂ ਕਰ ਸਕਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਘਰ ਦੇ ਅੰਦਰ ਸ੍ਰੀ ਜਪਜੀ ਸਾਹਿਬ ਦੇ ਬਾਣੀ ਦੇ ਪਾਠ ਹੁੰਦੇ ਹਨ। ਦੇਖੋ, ਬਾਣੀ ਪੜ੍ਹਨੀ ਜ਼ਰੂਰ ਹੈ। ਅਸੀਂ ਠੀਕ ਹੈ, ਨਹੀਂ ਸਮਝ ਆਉਂਦੀ ਕਈ ਵਾਰੀ, ਕੋਈ ਗੱਲ ਨਹੀਂ, ਤੁਸੀਂ ਪੜ੍ਹਨੀ ਨਹੀਂ ਛੱਡਣੀ। ਇੱਕ ਦਿਨ ਸਮਾਂ ਆਏਗਾ, ਤੁਹਾਨੂੰ ਬਾਣੀ ਵਿੱਚੋਂ ਰਸ ਆਉਣਾ ਤਾਂ ਸ਼ੁਰੂ ਹੋ ਜਾਏਗਾ ਜਿਉਂ-ਜਿਉਂ ਤੁਸੀਂ ਬਾਣੀ ਪੜ੍ਹੋਗੇ, ਬਾਣੀ ਦੀ ਅੰਤਰਲੇ ਭਾਵ ਤੁਹਾਨੂੰ ਸਮਝ ਆਉਣੇ ਸ਼ੁਰੂ ਹੋ ਜਾਣਗੇ, ਉਹਦੇ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਏਗਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਬਾਣੀ ਜ਼ਰੂਰ ਕੰਠ ਕਰੋ, ਜਪਜੀ ਸਾਹਿਬ ਦੀ ਬਾਣੀ। ਸਿੱਖ ਗੁਰੂ ਕਹਿ ਹੋਏ ਗਏ ਹੋ। ਜੇ ਸਿੱਖ ਗੁਰੂ ਦਾ ਤੁਸੀਂ ਹੋ ਨਾ, ਤੇ ਇੱਕ ਗੱਲ ਯਾਦ ਰੱਖੋ, ਜਪਜੀ ਕੰਠ ਨਾ ਕੀਨ। ਜੇ ਜਪਜੀ ਕੰਠ ਨਹੀਂ ਕੀਤੀ, ਤੁੰਦਲ ਬਿਨ ਤੁਖ ਕਾਮ ਕਹਿ ਤੈਸੇ ਸਿੱਖ ਕਹਿ ਚੀਨ। ਉਸ ਸਿੱਖ ਨੂੰ ਕਦੀ ਸੁੱਖ ਵੀ ਨਹੀਂ ਮਿਲਦਾ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਕਈ ਵਾਰੀ ਮੈਂ ਮਨ ਵਿੱਚ ਵਿਚਾਰ ਕਰਨਾ ਕਿ ਅਸੀਂ 30 40 ਕਈ ਮੇਰੇ ਵਿੱਚ 50 ਸਾਲ ਤੋਂ ਵੀ ਜਪਜੀ ਸਾਹਿਬ ਪੜ੍ਹ ਰਹੇ ਹੋਵਾਂਗੇ ਨਾ, ਔਰ ਰੈਗੂਲਰ ਪੜ੍ਹ ਰਹੇ ਹੋਵਾਂਗੇ। ਇਹ ਨਹੀਂ ਕਿ ਰੈਗੂਲਰ ਨਹੀਂ ਪੜ੍ਹ ਰਹੇ, ਰੈਗੂਲਰ ਵੀ ਪੜ੍ਹ ਰਹੇ ਹੋਵਾਂਗੇ, ਪਰ ਸਾਧ ਸੰਗਤ ਅੱਜ ਤੱਕ ਜਪਜੀ ਸਾਹਿਬ ਕੰਠ ਨਹੀਂ ਹੋਈ। ਦੇਖੋ ਕਿੰਨੀ ਵੱਡੀ ਗੱਲ ਹੈ। ਜਪਜੀ ਸਾਹਿਬ ਸਾਨੂੰ ਕੰਠ ਨਹੀਂ ਹੈ। ਮੈਂ ਕਈ ਵਾਰੀ ਸ਼ਮਸ਼ਾਨ ਘਾਟ ਜਾਣ ਦਾ ਵੀ ਮੌਕੇ ਮਿਲਦੇ ਨੇ, ਕਿਸੇ ਦੀ ਡੈਥ ਹੋ ਜਾਂਦੀ ਹੈ, ਉੱਥੇ ਜਦੋਂ ਜਾਈਦਾ ਹੈ, ਈਵਨ ਹੈਡ ਗ੍ਰੰਥੀ ਜਾਂ ਗ੍ਰੰਥੀ ਸਾਹਿਬ ਪਾਠ ਕਰਨ ਆਉਂਦੇ ਨੇ, ਉਹ ਵੀ ਗੁਟਕੇ ਸਾਹਿਬ ਤੋਂ ਕਰ ਰਹੇ ਹੁੰਦੇ ਨੇ। ਮੈਂ ਕਿਹਾ ਜਿਹੜੀ ਬਾਣੀ ਜਪਜੀ ਸਾਹਿਬ ਹੈ ਭਾਈ, ਉਸ ਨੂੰ ਜ਼ਰੂਰ ਕੰਠ ਕਰੋ। ਸਾਨੂੰ ਹਰ ਚੀਜ਼ਾਂ ਯਾਦ ਨੇ, ਦੇਖੋ ਹਰ ਇੱਕ ਚੀਜ਼ ਯਾਦ ਹੈ। ਸਾਨੂੰ ਰਿਸ਼ਤੇਦਾਰੀਆਂ ਯਾਦ ਨੇ, ਸਾਨੂੰ ਕੰਮ ਕਾਜ ਯਾਦ ਨੇ, ਸਾਨੂੰ ਘਰ ਦੇ ਵਿੱਚ ਇੱਕ ਚੀਜ਼ ਪਈ ਯਾਦ ਹੈ। ਕਿਤੇ ਲਾਈਟ ਵੀ ਚਲੀ ਜਾਏ, ਅਸੀਂ ਹਨੇਰੇ ਵਿੱਚੋਂ ਵੀ ਉਹ ਚੀਜ਼ ਕੱਢ ਲਿਆਉਂਦੇ ਹਾਂ। ਕਿਉਂ? ਕਿਉਂਕਿ ਉਹ ਸਾਡੇ ਜ਼ਿਹਨ ਵਿੱਚ ਹੈ। ਪਰ ਇਤਨੇ ਸਾਲਾਂ ਤੋਂ ਅਸੀਂ ਜਪਜੀ ਸਾਹਿਬ ਪੜ੍ਹ ਰਹੇ ਹਾਂ, ਸਿੱਖਾ ਤੈਨੂੰ ਹਜੇ ਤੱਕ ਜਪਜੀ ਸਾਹਿਬ ਕੰਠ ਨਹੀਂ ਹੋਈ।
ਇਹਦਾ ਮਤਲਬ ਹੈ ਕਿ ਸਾਡਾ ਮਨ ਜਪਜੀ ਸਾਹਿਬ ਵੱਲ ਨਹੀਂ ਜੁੜ ਰਿਹਾ। ਇਹ ਗੱਲ ਹੋ ਸਕਦੀ ਹੈ। ਜੇ ਮੈਂ ਗੁਰੂ ਨਾਲ ਪਿਆਰ ਕਰਾਂ ਤੇ ਜਪਜੀ ਸਾਹਿਬ ਕੰਠ ਕਿਉਂ ਨਾ ਹੋਵੇ। ਜੇ ਗੁਰੂ ਦੇ ਮੈਂ ਅੱਗੇ ਤਰਲੇ ਪਾ ਕੇ, ਗੁਰੂ ਦੇ ਅੱਗੇ ਜੇ ਮੈਂ ਬੇਨਤੀ ਕਰਕੇ, ਜੇ ਮੈਂ ਜਪਜੀ ਸਾਹਿਬ ਦੀ ਬੇਨਤੀ ਕਰਾਂ, ਸਤਿਗੁਰੂ ਮੇਰੇ ਤੇ ਰਹਿਮਤ ਕਰੋ, ਅੱਜ ਮੈਨੂੰ ਬੜੀਆਂ ਰਹਿਮਤਾਂ ਕੀਤੀਆਂ ਨੇ, ਬਹੁਤ ਘਰ-ਬਾਰ ਚੰਗਾ ਦਿੱਤਾ ਹੈ, ਮੈਨੂੰ ਤੁਸੀਂ ਇੱਕ ਅੱਜ ਕਿਰਪਾ ਕਰੋ, ਮੈਨੂੰ ਬਾਣੀ ਕੰਠ ਕਰਨ ਦੀ ਇਹ ਬਖਸ਼ਿਸ਼ ਕਰ ਦਿਓ। ਬੜੀ ਵੱਡੀ ਗੱਲ ਹੈ ਸਾਧ ਸੰਗਤ, ਧਿਆਨ ਦੇਣਾ। ਜਿਨ੍ਹਾਂ ਦੇ ਘਰਾਂ ਦੇ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ ਨਾ, ਇੱਕ ਵਾਰੀ ਕਲਗੀਧਰ ਪਿਤਾ ਦੇ ਕੋਲ ਇੱਕ ਸਿੱਖ ਆਇਆ, ਧਿਆਨ ਨਾਲ ਸੁਣਨਾ। ਸਿੱਖ ਆਇਆ, ਮਹਾਰਾਜ ਮੇਰੀ ਘਰਵਾਲੀ ਨਾ ਤਿਆਰ ਬਰ ਤਿਆਰ ਹੋ ਕੇ ਕਿਸੇ ਮੁਸਲਮਾਨ ਦੇ ਘਰ ਜਾਂਦੀ ਹੈ ਤੇ ਭੈੜੇ ਕੰਮ ਕਰਕੇ ਵਾਪਸ ਆਉਂਦੀ ਹੈ। ਬੜਾ ਟੋਕਣਾ ਮੈਂ ਉਹਨੂੰ। ਇਹ ਹੁਣ ਗੱਲਾਂ ਧਿਆਨ ਨਾਲ ਸਰਵਣ ਕਰਨਾ, ਇਹ ਮੈਂ ਆਪਣੇ ਪੱਲਿਓਂ ਨਹੀਂ ਲਾ ਰਿਹਾ ਗੱਲ, ਇਤਿਹਾਸ ਹੈ ਸਾਡੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਣੀ ਉਸ ਗੱਲ ਨੂੰ ਕਿ ਰੋਜ਼ ਸਿੱਖ ਇਹੀ ਗੱਲ ਕਵੇ, ਮਹਾਰਾਜ ਮੇਰੀ ਘਰਵਾਲੀ ਤਿਆਰ ਹੁੰਦੀ ਹੈ, ਸੱਜ ਬੱਝ ਕੇ ਨਿਕਲਦੀ ਹੈ, ਇੱਕ ਮੁਸਲਮਾਨ ਦੇ ਘਰ ਜਾਂਦੀ ਹੈ ਤੇ ਉਹ ਜਾ ਕੇ ਉੱਥੇ ਫਿਰ ਮਾੜ ਕਮਾਉਂਦੀ ਹੈ ਤੇ ਮੈਨੂੰ ਬੜਾ ਟੋਕਣਾ ਵਾ। ਘਰ ਆਉਂਦੀ ਕਹਿੰਦੀ ਮੈਂ ਗਈ ਨਹੀਂ, ਮੈਂ ਕੁਛ ਨਹੀਂ, ਉਹ ਫਿਰ ਉਹਦੀ ਸਟੇਟਮੈਂਟ ਚੇਂਜ ਹੋ ਜਾਂਦੀ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਤਾ ਕੀ ਪੁੱਛਿਆ, ਕਹਿੰਦੇ ਸਿੱਖਾ ਘਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ? ਕਹਿੰਦਾ ਮਹਾਰਾਜ ਕਦੀ ਕਤਾਈ ਕਰੀਦਾ, ਕਦੀ ਨਹੀਂ ਵੀ ਕਰੀਦਾ, ਇੱਕ ਰੂਟੀਨ ਵਿੱਚ ਰੈਗੂਲਰ ਨਹੀਂ ਕਰਦਾ। ਅੱਛੀ ਗੱਲ ਹੈ ਜੇ ਕਿਸੇ ਗੁਰੂ ਨੂੰ, ਡਾਕਟਰ ਨੂੰ ਆਪਣੀ ਬਿਮਾਰੀ ਦੱਸ ਦਿੱਤੀ ਜਾਵੇ। ਕਈ ਵਾਰੀ ਅਸੀਂ ਬਿਮਾਰੀਆਂ ਡਾਕਟਰ ਕੋਲ ਛੁਪਾ ਲੈਂਦੇ ਹਾਂ ਤੇ ਸਾਡਾ ਇਲਾਜ ਪ੍ਰੋਪਰ ਨਹੀਂ ਟ੍ਰੀਟਮੈਂਟ ਹੁੰਦਾ। ਇਹ ਧਿਆਨ ਦੇਣਾ ਜਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੱਖਾ ਅਸੀਂ ਜਿਹੜੀ ਤੇਰੀ ਗੱਲ ਸੁਣੀ ਹੈ, ਜਿਨ੍ਹਾਂ ਦੇ ਘਰਾਂ ਦੇ ਵਿੱਚ ਜਪਜੀ ਦੇ ਪਾਠ ਨਹੀਂ ਹੁੰਦੇ, ਉਹਨਾਂ ਦੇ ਘਰਾਂ 'ਚ ਇਹ ਚੀਜ਼ਾਂ ਵੜ ਜਾਂਦੀਆਂ ਨੇ। ਸਿੱਖ ਗੁਰੂ ਨਾਨਕ ਦਾ ਹੋ ਕੇ ਤੇ ਤੂੰ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ। ਇਸ ਤਰ੍ਹਾਂ ਕਰ, ਘਰ ਜਾ। ਮਹਾਰਾਜ ਨੇ ਇੱਕ ਜਪਣ ਵਾਲੀ ਰੂਹ ਗੁਰੂ ਸਿੱਖ ਅੰਮ੍ਰਿਤਧਾਰੀ ਨੂੰ ਉਹਦੇ ਘਰ ਭੇਜਿਆ। ਘਰ ਜਾ ਕੇ ਉਸ ਪਿਆਰ ਵਾਲੇ ਸਿੱਖ ਨੇ ਜਲ ਲੈ ਕੇ 5 ਪਾਠ ਜਪਜੀ ਸਾਹਿਬ ਦੇ ਇੱਕੋ ਚੌਂਕੜੇ ਤੇ ਕੀਤੇ, ਅਰਦਾਸ ਕੀਤੀ। ਉਹ ਜਲ ਸੀ ਛਿਣਕਿਆ ਘਰ ਦੇ ਵਿੱਚ। ਤੁਸੀਂ ਵੀ ਘਰ ਵਿੱਚ, ਅਸੀਂ ਹਰਕ੍ਰਿਸ਼ਨ ਪਾਤਸ਼ਾਹ ਦੇ ਦਰ ਦੇ ਕੋਲ ਰਹਿੰਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਰਹਿੰਦੇ ਹਾਂ ਕੋਲ, ਜਿੱਥੇ ਜਿੱਥੇ ਦਿੱਲੀ 'ਚ ਜਾਂ ਕੋਈ ਬਾਹਰ ਜਿੱਥੇ ਵੀ ਰਹਿੰਦਾ, ਘਰ ਜਲ ਲਿਆ ਕੇ ਜ਼ਰੂਰ ਰੱਖਿਆ ਕਰੋ। ਦੇਖੋ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ ਨਾ, ਧਿਆਨ ਦੇਣਾ, ਜਿਹੜਾ ਸੀਸਗੰਜ ਸਾਹਿਬ ਜਾਂਦਾ, ਵੇਖੋ ਉੱਥੇ ਜਾਓਗੇ ਨਾ ਤੇ ਖੂਹੀ ਸਾਹਿਬ ਹੈ, ਖੂਹ ਹੈ, ਨਮਸਕਾਰ ਕਰੀਦੀ ਹੈ। ਇਹ ਉਹ ਖੂਹ ਹੈ ਜਿੱਥੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਉਸ ਖੂਹ ਤੇ ਇਸ਼ਨਾਨ ਕੀਤਾ ਸੀ, ਜਿਹਨੂੰ ਅਸੀਂ ਖੂਹ ਸਾਹਿਬ ਕਹਿੰਦੇ ਹਾਂ। ਦੇਖੋ ਹਰ ਚੀਜ਼ ਸਾਹਿਬ ਬਣ ਜਾਂਦੀ ਹੈ ਜਦੋਂ ਗੁਰੂ ਦੇ ਨਾਲ ਲੱਗ ਜਾਂਦੀ ਹੈ। ਲੱਕੜ ਉਹੀ ਹੈ, ਪੂਜਣ ਯੋਗ ਨਹੀਂ ਹੈ, ਪਰ ਜਦੋਂ ਪਾਲਕੀ ਦਾ ਰੂਪ ਧਾਰ ਲੈਂਦੀ ਹੈ ਨਾ ਤੇ ਉਹ ਪਾਲਕੀ ਸਾਹਿਬ ਹੋ ਜਾਂਦੀ ਹੈ। ਕਪੜਾ ਉਹੀ ਹੋਈ ਹੈ, ਪਰ ਜਦੋਂ ਉਸ ਚੰਦੋਏ ਦਾ ਰੂਪ ਧਾਰਦੀ ਹੈ, ਜਦੋਂ ਰੁਮਾਲੇ ਦਾ ਰੂਪ ਧਾਰਦੀ ਹੈ, ਰੁਮਾਲਾ ਸਾਹਿਬ ਹੋ ਜਾਂਦਾ ਹੈ, ਚੰਦੋਆ ਸਾਹਿਬ ਹੋ ਜਾਂਦਾ ਹੈ। ਬਾਲ ਤੇ ਬੜੇ ਹੀ ਤੁਹਾਨੂੰ ਮਿਲਣਗੇ, ਪਰ ਜਦੋਂ ਉਹ ਚੋਰ ਦੇ ਵਿੱਚ ਲੱਗ ਜਾਂਦੇ ਨੇ ਤੇ ਚੋਰ ਸਾਹਿਬ ਹੋ ਜਾਂਦਾ ਹੈ। ਫਿਰ ਧਿਆਨ ਦੇਣਾ, ਮੈਂ ਤਾਂ ਜ਼ਿਕਰ ਕਰ ਰਿਹਾ ਕਿ ਅਖੀਰਲਾ ਸਮਾਂ ਸੀ ਨਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ
ਤੁਹਾਨੂੰ ਯਾਦ ਹੋਏਗਾ ਉਸ ਵੇਲੇ ਉਸ ਸਮੇਂ ਦੇ ਹਾਕਮਾਂ ਨੇ ਕਿਹਾ ਸੀ ਤੁਹਾਡੀ ਕੋਈ ਇੱਛਾ ਹੈ? ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਮੈਂ ਇਸ਼ਨਾਨ ਕਰਕੇ ਇੱਕ ਪਾਠ ਜਪਜੀ ਸਾਹਿਬ ਦਾ ਕਰਨਾ ਹੈ। ਦੇਖੋ ਉਹੀ ਕਰਦਾ ਹੈ ਜਿਨੇ ਸਾਰੀ ਉਮਰ ਜਪਜੀ ਸਾਹਿਬ ਦਾ ਪਾਠ ਕੀਤਾ ਹੋਏਗਾ। ਦੇਖੋ ਵਾਹਿਗੁਰੂ ਮੌਤ ਵੇਲੇ ਉਦੋਂ ਹੀ ਯਾਦ ਆਏਗਾ ਜਦੋਂ ਸਾਰੀ ਉਮਰ ਅਸੀਂ ਵਾਹਿਗੁਰੂ ਵਾਹਿਗੁਰੂ ਕਿਹਾ ਹੋਏਗਾ। ਜੇ ਸਾਰੀ ਉਮਰ ਅਸੀਂ ਮਾਇਆ ਕੀਤੀ ਹੋਏਗੀ ਤੇ ਫਿਰ ਉਹ ਮਾਇਆ ਹੀ ਆਏਗੀ ਨਾ ਸਾਹਮਣੇ। ਦੱਸੋ ਸੋਏ ਵਾਹਿਗੁਰੂ ਯਾਦ ਆਏਗਾ? ਅੰਤ ਕਾਲ ਜੋ ਮੰਦਰ ਸਿਮਰੇ, ਇਹ ਸ਼ਬਦ ਹੈ ਨਾ ਸਾਰਾ, ਅੰਤ ਕਾਲ ਜੋ ਲੜਕੇ ਸਿਮਰੇ, ਅਖੀਰ ਵਿੱਚ ਕਹਿੰਦੇ ਨੇ ਅੰਤ ਕਾਲ ਜੋ ਨਾਰਾਇਣ ਸਿਮਰੇ ਐਸੀ ਚਿੰਤਾ ਮੇ ਜੇ ਮਰੇ। ਜਿਹੜਾ ਇਸ ਵੇਲੇ ਲਾਸਟ ਵਿੱਚ ਉਹੀ ਯਾਦ ਕਰੇਗਾ ਜਿਹਨੇ ਸਾਰੀ ਉਮਰ ਜਪਜੀ ਪੜ੍ਹੀ ਹੋਏਗੀ। ਤੁਸੀਂ ਧਿਆਨ ਦਿਓ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਣੀ ਸੀ ਨਾ, ਵਾਹਿਗੁਰੂ ਜਦੋਂ ਉਹਨਾਂ ਨੂੰ ਉਸ ਰਾਵੀ ਦੀ ਨਦੀ ਦੇ ਵਿੱਚ ਜਲ ਪ੍ਰਵਾਹ ਕੀਤਾ, ਉਸ ਵੇਲੇ ਵੀ ਮਹਾਰਾਜ ਜਿਹੜੇ ਨਾਲ 5 ਸਿੱਖ ਸਨ, ਜੇਠਾ ਜੀ, ਬਿਧੀ ਚੰਦ, ਲੰਗਾ, ਪਿਰਾਨਾ ਜੀ, ਭੈੜਾ ਜੀ, ਇਹ 5 ਸਿੱਖ ਨਾਲ ਗਏ ਸਨ। ਮਹਾਰਾਜ ਨੇ 5 ਕੋਲੋਂ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਸਰਵਨ ਕੀਤਾ। ਇੱਥੋਂ ਤੱਕ ਫਿਰ ਮਹਾਰਾਜ ਨੇ ਆਪ ਜਪਜੀ ਸਾਹਿਬ ਦਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਪਾਠ ਕੀਤਾ। ਮੈਂ ਤਾਂ ਹੀ ਕਹਿ ਰਿਹਾ ਕਿ ਭਾਈ ਇਹ ਉਹੀ ਕੰਮ ਕਰੇਗਾ ਅਖੀਰ ਵਿੱਚ ਜਿਹਨੇ ਸਾਰੀ ਉਮਰ ਜਪਜੀ ਪੜ੍ਹੀ ਹੋਏਗੀ। ਸਿੱਖਾ ਤੇਰਾ ਜੀਵਨ ਦੀ ਪਹਿਲੀ ਸ਼ੁਰੂਆਤ ਹੀ ਕਰ ਇਸ਼ਨਾਨ, ਪੜ੍ਹੇ ਜਪ ਜਾਪ। ਉੱਠਦਿਆਂ ਤੇਰਾ ਕੰਮ ਪਹਿਲਾਂ ਇਸ਼ਨਾਨ ਕਰਕੇ ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਉੱਠ ਪ੍ਰਭਾਤ ਕਰੇ ਹਿਤ ਚੀਤ, ਵਾਹਿਗੁਰੂ ਪੁਨ ਮੰਤਰੇ ਜਾਪ, ਕਰ ਇਸ਼ਨਾਨ ਪੜ੍ਹੇ ਜਪ ਜਾਪ। ਤੂੰ ਸਮਝ ਕਿ ਮੇਰੀ ਜ਼ਿੰਦਗੀ ਤੋਂ ਸ਼ੁਰੂਆਤ ਹੀ ਜਪਜੀ ਤੋਂ ਹੋਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਉਹ ਸਿੱਖ ਗਿਆ, ਉਹਨੇ 5 ਪਾਠ ਜਪਜੀ ਸਾਹਿਬ ਦੇ ਕੀਤੇ। ਜਿਹੜਾ ਜਲ ਸੀ ਛਿਣਕਿਆ ਘਰ ਦੇ ਵਿੱਚ, ਉਸ ਘਰ ਦੀ ਸਿੱਖਣੀ ਦੇ ਉੱਤੇ ਵੀ ਉਸਨੇ ਜਲ ਛਿਣਕਿਆ, ਉਸ ਨੂੰ ਪਿਲਾਇਆ, ਉਸ ਦੀ ਸੁਰਤ ਟਿਕਾਣੇ ਵਿੱਚ ਆਈ। ਤੇ ਉਹਨੇ ਕਿਹਾ ਕਿ ਮੇਰੇ 'ਚ ਪਤਾ ਨਹੀਂ ਕੀ ਸ਼ਕਤੀ ਸੀ, ਅੰਦਰ ਕੀ ਕੋਈ ਚੀਜ਼ ਵੜ ਗਈ ਸੀ ਜਿਹੜੀ ਮੈਨੂੰ ਇੱਕ ਮੁਸਲਮਾਨ ਦੇ ਘਰ ਜਾਣ ਨੂੰ ਪ੍ਰੇਰਿਤ ਕਰਦੀ ਸੀ, ਪਰ ਮੈਨੂੰ ਮਨ ਕਰਕੇ ਮੈਨੂੰ ਨਹੀਂ ਪਤਾ ਮੈਂ ਕੀ ਕਰ ਰਹੀ ਸੀ। ਜਿਨ੍ਹਾਂ ਦੇ ਘਰਾਂ ਦੇ ਵਿੱਚ ਜਪਜੀ ਦੀ ਬਾਣੀ ਨਹੀਂ ਹੁੰਦੀ, ਉਹਨਾਂ ਦੇ ਘਰਾਂ ਦੇ ਵਿੱਚ ਇਹ ਬਲਾਵਾਂ ਆ ਕੇ ਮਗਰ ਪੈ ਜਾਂਦੀਆਂ ਨੇ। ਕੋਸ਼ਿਸ਼ ਕਰੋ ਜਪਜੀ ਤੋਂ ਬਿਨਾਂ ਆਪਣੇ ਜੀਵਨ ਨੂੰ ਸ਼ੁਰੂਆਤ ਨਾ ਕਰੋ। ਮੈਨੂੰ ਯਾਦ ਹੈ 1.5-2 ਸਾਲ ਪਹਿਲੇ ਇੱਕ ਪਰਿਵਾਰ ਦਾ ਫੋਨ ਆਇਆ ਕਿ ਵੀਰ ਜੀ, ਗੁਰਸਿੱਖ ਪਰਿਵਾਰ ਦੇ, ਮੈਂ ਗੁਰਸਿੱਖ ਨਹੀਂ ਕਹਾਂਗਾ, ਸਿੱਖ ਪਰਿਵਾਰ, ਕਹਿੰਦੇ ਵੀਰ ਜੀ ਸਾਡੇ ਘਰ ਦੀ ਜਦੋਂ ਅਸੀਂ ਅਲਮਾਰੀ ਖੋਲੀ ਦੀ ਹੈ ਨਾ, ਕੱਪੜਿਆਂ ਦੇ ਵਿੱਚ ਸੰਦੂਰ ਪਿਆ ਹੁੰਦਾ ਹੈ। ਧਿਆਨ ਦੇਣਾ, ਕੱਪੜਿਆਂ ਦੇ ਵਿੱਚ ਸੰਦੂਰ ਪਿਆ ਹੁੰਦਾ ਹੈ, ਪ੍ਰੈਸ ਕੀਤੇ ਕੱਪੜੇ ਹੁੰਦੇ ਨੇ, ਵਿੱਚ ਸੰਦੂਰ ਪਿਆ ਹੁੰਦਾ ਹੈ। ਤੇ ਮੈਂ ਸੁਭਾਵਕ ਹੀ ਪੁੱਛ ਲਿਆ, ਮੈਂ ਕਿਹਾ ਕਿ ਭਾਈ ਸਾਹਿਬ ਜੀ ਤੁਹਾਡੇ ਘਰ ਵਿੱਚ ਨਿਤਨੇਮ ਹੁੰਦਾ ਹੈ, ਜਪਜੀ ਸਾਹਿਬ ਦਾ ਪਾਠ ਹੁੰਦਾ ਹੈ? ਕਹਿੰਦੇ ਨੂੰ ਕਦੀ ਕਤਾਈ ਕਰ ਲਈਦਾ, ਨਹੀਂ ਵੀ ਕਰੀਦਾ। ਜੇ ਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾਏ, ਤੇ ਕਰ ਮਰਹਟ ਸਾਰਖੇ ਭੂਤ ਵਸੇ ਤਿੰਨ ਮਾਹੇ। ਜਿਨ੍ਹਾਂ ਦੇ ਘਰਾਂ ਵਿੱਚ ਜਪਜੀ ਜਾਪ ਦੇ ਬਾਣੀ ਪਾਠ ਸੁਮਣੀ ਸਾਹਿਬ ਨਹੀਂ ਹੁੰਦੇ ਨਾ, ਉਹਨਾਂ ਘਰਾਂ ਦੇ ਵਿੱਚ ਇਹ ਬਲਾਵਾਂ ਆ ਜਾਂਦੀਆਂ ਨੇ। ਐਸੀ ਗੱਲ ਨਹੀਂ ਇਹ ਚੀਜ਼ਾਂ ਨਹੀਂ ਨੇ, ਹੈਗੀਆਂ ਨੇ। ਇਹ ਜੰਤਰ ਵੀ ਨੇ, ਮੰਤਰ ਵੀ ਨੇ, ਤੰਤਰ ਵੀ ਨੇ। ਮਹਾਰਾਜ ਨੇ ਬਾਣੀ 'ਚ ਪੜ੍ਹਿਆ ਨਾ ਉਹਨੇ ਜਾਪ ਸਾਹਿਬ, ਨਮੋ ਜੰਤ ਜੰਤਰੇ, ਨਮੋ ਮੰਤਰ ਮੰਤਰੇ, ਨਮੋ ਤੰਤ ਤੰਤਰੇ। ਮਹਾਰਾਜ ਉਹਨਾਂ ਨੂੰ ਵੀ ਨਮਸਕਾਰ ਕਰਦੇ ਨੇ, ਨਮੋ ਅੰਧਕਾਰਿਆਂ ਨੂੰ ਵੀ ਕਰਦੇ ਨੇ, ਭੂਤਾਂ ਨੂੰ ਵੀ ਕਰਦੇ ਨੇ। ਕਿਉਂ? ਕਿਉਂਕਿ ਉਹਨਾਂ ਵਿੱਚ ਵੀ ਰੱਬ ਹੈ। ਪਰ ਇਹ ਬਲਾਵਾਂ ਉਹਨਾਂ ਨੂੰ ਮਿਲਦੀਆਂ ਨੇ ਜਿਹੜੇ ਬਾਣੀ ਤੋਂ ਵਾਂਝੇ ਨੇ, ਜਿਨ੍ਹਾਂ ਦੇ ਘਰਾਂ 'ਚ ਬਾਣੀ ਨਹੀਂ ਪੜ੍ਹੀ ਜਾਂਦੀ। ਉਹਨਾਂ ਦੇ
ਗੁਰੂ ਸਾਹਿਬ ਕਹਿੰਦੇ ਉਹਨਾਂ ਘਰ ਘਰ ਨਹੀਂ ਨੇ ਕਬੀਰ ਸਾਹਿਬ, ਉਹ ਘਰ ਨਹੀਂ ਮਸਾਣ ਹੈ। ਤਾਂ ਉਹਨਾਂ ਦੇ ਘਰ ਵਿੱਚ ਰਹਿਣ ਵਾਲੇ ਜੀਵ ਜੀਵ ਨਹੀਂ ਨੇ, ਉਹ ਤੇ ਜਾਣੋ ਉਹ ਮੁਰਦੇ ਨੇ, ਮੁਰਦਾ ਘਰ ਹੈ ਉਹਨਾਂ ਦਾ ਘਰ। ਉਹ ਭੂਤ ਆਪ ਹੀ ਨੇ, ਭੂਤ ਵਸੇ ਤਿੰਨ ਮਾਹੇ। ਤੁਸੀਂ ਕਦੀ ਵੇਖੋ ਸ਼ਾਮ ਦੇ ਟਾਈਮ ਕਈ ਘਰਾਂ ਦੇ ਵਿੱਚ ਕਲੇਸ਼ ਛਿੜ ਪੈਂਦਾ ਹੈ, ਲੜ ਪੈਂਦੇ ਨੇ ਆਪਸ ਵਿੱਚ, ਕਿਉਂਕਿ ਜਿੱਥੇ ਸੋਦਰ ਦਾ ਜਪਜੀ ਦਾ ਪਾਠ ਨਹੀਂ ਹੁੰਦਾ। ਤਾਂ ਉਸ ਗੁਰਸਿੱਖ ਨੇ ਜਾ ਕੇ 5 ਪਾਠ ਕੀਤੇ ਤੇ ਫਿਰ ਉਹਨੂੰ ਹੋਸ਼ ਆਈ, ਕਹਿੰਦੀ ਮੈਂ ਆਪ ਤਿਆਰ ਹੋ ਕੇ ਉਸ ਮੁਸਲਮਾਨ ਦੇ ਘਰ ਜਾਂਦੀ ਸੀ, ਪਰ ਜਦੋਂ ਸੋਝੀ ਆ ਗਈ, ਗੁਰੂ ਦੀ ਬਖਸ਼ਿਸ਼ ਹੋ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਭਾਈ ਸਿੱਖੋ, ਜੇ ਤੁਸੀਂ ਜੀਵਨ ਦੀ ਆਰੰਭਤਾ ਕਰਨੀ ਹੈ ਤੇ ਜਪਜੀ ਤੋਂ ਕਰੋ। ਜਦੋਂ ਮੈਨੂੰ ਉਹਨਾਂ ਦਾ ਫੋਨ ਆਇਆ, ਮੈਂ ਘਰ ਜਾ ਕੇ ਦੇਖਿਆ ਔਰ ਮੈਂ ਹੈਰਾਨ ਹੀ ਹੋ ਗਿਆ ਕਿ ਹਰ ਪੈਂਟ ਕਮੀਜ਼ ਦੇ ਵਿੱਚ ਇੱਕ ਸੰਦੂਰ ਦੀ ਛੋਟੀ ਜਿਹੀ ਚੁਟਕੀ ਪਈ ਹੋਈ। ਤੇ ਜੋ ਸਾਨੂੰ ਗੁਰੂ ਸਾਹਿਬ ਨੇ, ਜੋ ਸੰਤਾਂ ਮਹਾਂਪੁਰਖਾਂ ਨੇ ਸੰਗਤ ਵਿੱਚੋਂ ਜੋ ਅਸੀਂ ਪ੍ਰੇਰਨਾ ਲਈ, ਮੈਂ ਕਿਹਾ ਤੁਸੀਂ 5 ਸਿੰਘ ਬੁਲਾ ਕੇ ਘਰ ਦੇ ਅੰਦਰ ਪਾਠ ਕਰਾਓ ਔਰ ਇੱਕ ਵਾਅਦਾ ਕਰੋ ਕਿ ਅਸੀਂ ਘਰ ਦੇ ਵਿੱਚ ਰੋਜ਼ ਸਾਰਾ ਪਰਿਵਾਰ ਨਿਤਨੇਮ ਕਰਾਂਗੇ। ਔਰ ਇਹ ਮੈਂ ਗੁਰੂ ਦੇ ਉੱਤੇ ਮਾਣ ਕਹਿ ਕੇ, ਆਪਣੇ ਉੱਤੇ ਉਹ ਨਹੀਂ, ਜਦੋਂ ਇਹ ਕਿਰਿਆ ਕੀਤੀ ਉਸ ਤੋਂ ਬਾਅਦ ਇਹ ਬਲਾਵਾਂ ਮਗਰ ਨਹੀਂ ਪਈਆਂ। ਇਹ ਬਲਾਵਾਂ ਤਾਂ ਹੀ ਆਉਂਦੀਆਂ ਨੇ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਔਰ ਦੇਖੋ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਗੱਦੀ ਦਿੱਤੀ ਨਾ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ, ਸਾਡਾ ਵਿਸ਼ਾ ਚੱਲ ਰਿਹਾ ਕਿ ਅੱਜ ਜਪਜੀ ਸਾਹਿਬ ਦਾ ਮਹਾਤਮ, ਭਾਵੇਂ 5 ਮਿੰਟ ਫालतू ਲੱਗ ਜਾਣਗੇ, ਪਰ ਮੈਂ ਥੋੜ੍ਹਾ ਜਿਹਾ ਇਸ ਨੂੰ ਡਿਟੇਲ ਵਿੱਚ ਜਾਣਾ ਚਾਹੁੰਦਾ। ਮਹਾਰਾਜ ਬੈਠੇ ਸਨ, ਗੱਦੀ ਦੇ ਦਿੱਤੀ ਹੈ, ਕੋਲ ਗੁਰੂ ਅੰਗਦ ਦੇਵ ਪਾਤਸ਼ਾਹ ਸੱਜੇ ਹੱਥ ਤੇ ਬੈਠੇ ਨੇ। ਜਦੋਂ ਬੈਠੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਭਾਈ ਗੁਰੂ ਅੰਗਦ ਦੇਵ ਜੀ, ਮੇਰੇ ਜਾਣ ਤੋਂ ਬਾਅਦ ਇੱਕ ਗੱਲ ਸੰਗਤ ਵਿੱਚ, ਕਿਉਂਕਿ ਸੰਗਤ ਤੁਸੀਂ ਰੋਜ਼ ਕਰਨੀ ਹੈ, ਇਹ ਮਹਾਰਾਜ ਦੀ ਇੱਕ ਨਵੇਕਲਾ ਢੰਗ ਸੀ ਕਿ ਜਿੱਥੇ ਜਾਣਾ ਰਬਾਬ ਛੇੜ ਕੇ ਬਾਣੀ ਦਾ ਜਸ ਗਾਇਨ ਕਰਨਾ ਤੇ ਸਤ ਸੰਗਤ ਕਰਨੀ। ਉਹ ਚਾਹੁੰਦੇ ਸਨ ਘਰ ਘਰ ਅੰਦਰ ਧਰਮਸਾਲ, ਹਿਰਦੇ ਰੂਪੀ ਘਰ ਵਿੱਚ ਵੀ ਸਮਝ ਲਓ, ਤੇ ਜਿੱਥੇ ਸਾਡੇ ਘਰਾਂ ਦੇ ਵਿੱਚ, ਜਿੱਥੇ ਸ਼ਹਿਰ ਪਿੰਡ ਵਿੱਚ ਜਾਣਾ, ਉੱਥੇ ਸਤ ਸੰਗਤ ਕਰਨੀ। ਬੜੀ ਮਾਨਤਾ ਦਿੱਤੀ ਹੈ ਸੰਗਤ ਨੂੰ। ਭਾਈ ਲੈਣਾ ਜੀ, ਤੁਸੀਂ ਸੰਗਤ ਨਹੀਂ ਛੱਡਣੀ, ਇੱਕ ਗੱਲ ਯਾਦ ਨਾਲ ਕਹਿ ਦੇਣਾ। ਭਾਈ ਗੁਰੂ ਅੰਗਦ ਦੇਵ ਮਹਾਰਾਜ ਦੇ ਹੱਥ ਜੁੜ ਗਏ, ਕਹਿਣ ਲੱਗੇ, ਮਹਾਰਾਜ ਦੱਸੋ ਕੀ ਕਹਿੰਦੇ ਹੋ? ਕਹਿੰਦੇ ਨੇ, ਸੰਗਤ ਨੂੰ ਇੱਕ ਗੱਲ ਕਹਿ ਦੇਣਾ। ਕਹਿੰਦੇ ਨੇ, ਬਚਨ ਕੀਤਾ ਕਿ ਸੰਗਤ ਨੂੰ ਇਹ ਗੱਲ ਕਹਿਣੀ ਹੈ, ਜਿਹੜਾ ਵੀ ਸਰੀਰ, ਇਹ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹੈ, ਜਿਹੜਾ ਵੀ ਸਰੀਰ ਅੰਮ੍ਰਿਤ ਵੇਲੇ ਜਾ ਕੇ ਇੱਕ ਪਾਠ ਜਪਜੀ ਸਾਹਿਬ ਦਾ ਕਰੇਗਾ ਨਾ, ਮੇਰੀ ਨੇੜਤਾ ਉਸ ਨੂੰ ਪ੍ਰਾਪਤ ਹੋਏਗੀ। ਸਮਝ ਲਓ, ਨੇੜਤਾ। ਜਪਜੀ ਸੇਵਨ ਪ੍ਰੀਤ ਸੋਚਾਹੀ, ਮਮ ਸਮੀਪ ਪ੍ਰਾਪਤ ਹੋਏ ਤਾਂ ਹੀ। ਮਮ ਹੁੰਦਾ ਮੇਰੀ। ਇਹ ਸੂਰਜ ਪ੍ਰਕਾਸ਼ ਗ੍ਰੰਥ ਦਾ ਇਹ ਅੱਖਰ ਨੇ ਕਿ ਜਿਹੜਾ ਵੀ ਸਿੱਖ ਪਿਆਰ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰੇਗਾ, ਉਹਦਾ ਕਿਸੇ ਤਰ੍ਹਾਂ ਦਾ ਵੀ ਦੁੱਖ ਹੋਏ, ਸ਼ੰਕਾ ਹੋਏ, ਕਲੇਸ਼ ਹੋਵੇ ਘਰ ਦੇ ਅੰਦਰ, ਮੇਰੀ ਨੇੜਤਾ ਮਿਲੇਗੀ ਉਹਨੂੰ। ਤੁਸੀਂ ਜਦੋਂ ਆਨੰਦ ਸਾਹਿਬ ਕਰਦੇ ਹੋ ਨਾ, ਤੁਹਾਨੂੰ ਨਹੀਂ ਪਤਾ ਲੱਗਦਾ, ਮੈਨੂੰ ਨਹੀਂ ਪਤਾ ਲੱਗਦਾ, ਤੁਹਾਡੇ ਨਾਲ ਬਾਬਾ ਅਮਰਦਾਸ ਜੀ ਬੈਠੇ ਹੁੰਦੇ ਨੇ। ਜਦੋਂ ਜਾਪ ਸਾਹਿਬ ਕਰਦੇ ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ, ਗੁਰੂ ਅਰਜਨ ਦੇਵ ਮਹਾਰਾਜ ਸੁਮਨੀ ਸਾਹਿਬ ਦੇ ਨਾਲ ਬੈਠੇ ਨੇ। ਗੁਰੂ ਸਾਹਿਬ ਕਹਿੰਦੇ ਨੇ, ਮੇਰੀ ਨੇੜਤਾ ਮਿਲੇਗੀ। ਔਰ ਨੇੜਤਾ ਹੀ ਨਹੀਂ ਮਿਲੇਗੀ, ਇੱਥੋਂ ਤੱਕ ਉਸ ਘਰ ਦੇ ਵਿੱਚ ਜੰਤਰ ਮੰਤਰ ਤੰਤਰ ਦਾ ਵੀ ਕੋਈ ਅਸਰ ਨਹੀਂ ਹੋਏਗਾ। ਇਹ ਪਾਠ ਦੀ ਮਾਨਤਾ ਹੈ।
ਅਸੀਂ ਬਿਲਕੁਲ ਲਾਈਟਲੀ ਨਾ ਲਈਏ। ਕਰ ਲਿਆ ਠੀਕ ਹੈ, ਨਹੀਂ ਹੋਇਆ ਤਾਂ ਵੀ ਠੀਕ ਹੈ। ਨਹੀਂ ਸਿੱਖਾ, ਜੇ ਤੂੰ ਜੀਵਨ ਦੇ ਵਿੱਚ ਭੋਜਨ ਤੋਂ ਬਗੈਰ ਨਹੀਂ ਰਹਿ ਸਕਦਾ, ਇਹ ਸੋਚ ਲੈ ਅੱਜ ਤੋਂ ਬਾਅਦ ਮੈਂ ਇਹ ਸੋਚ ਲਿਆ ਕਿ ਮੇਰੀ ਜ਼ਿੰਦਗੀ ਜਪਜੀ ਤੋਂ ਪਹਿਲਾਂ ਆਰੰਭ ਨਹੀਂ ਹੋਣੀ ਚਾਹੀਦੀ। ਮਹਾਰਾਜ ਮੇਰੇ ਤੇ ਇਹ ਬਖਸ਼ਿਸ਼ ਕਰੋ। ਇਹ ਕੋਈ ਮਾਣ ਅਹੰਕਾਰ ਕਰਕੇ ਨਹੀਂ, ਨਿਮਰਤਾ ਵਿੱਚ ਕਹੋ, ਮਹਾਰਾਜ ਮੇਰੇ ਆਖਰੀ ਸਵਾਸਾਂ ਤੱਕ ਜਪਜੀ ਚੱਲੇ। ਦੇਖੋ ਜਦੋਂ ਮਹਾਰਾਜ ਨੇ, ਹਰਗੋਬਿੰਦ ਪਾਤਸ਼ਾਹ ਨੇ ਕਰਤਾਰਪੁਰ ਦੀ ਜੰਗ ਜਿੱਤੀ ਨਾ, ਬੜੇ ਬੰਦੇ ਮਰ ਗਏ, ਜਿੰਨੇ ਮੁਗਲ ਮਰੇ, ਕਈ ਸਿੱਖ ਵੀ ਸ਼ਹੀਦ ਹੋਏ। ਤੇ ਮਹਾਰਾਜ ਨੇ ਉਸ ਵੇਲੇ ਦੇਖੋ ਮਹਾਰਾਜ ਦੀ ਕਿਤਨੀ ਸੋਚ ਉੱਚੀ ਹੈ। ਹਰਗੋਬਿੰਦ ਪਾਤਸ਼ਾਹ ਸਿੱਖਾਂ ਨੂੰ ਬੁਲਾ ਕੇ ਕਹਿੰਦੇ ਨੇ ਜੀ, ਜਿਹੜੇ ਜਿਹੜੇ ਤੁਰਕ ਮਰੇ ਨੇ ਇਹਨਾਂ ਦੀਆਂ ਕਬਰਾਂ ਤਿਆਰ ਕਰੋ, ਤੇ ਜਿਹੜੇ ਸਿੱਖ ਉਹਨਾਂ ਨੂੰ ਅਗਨੀ 'ਚ ਉਹਨਾਂ ਨੂੰ ਕਰਨਾ ਹੈ, ਅਗਨ ਭੇਟ। ਪਰ ਉਸ ਤੋਂ ਪਹਿਲਾਂ ਅਸੀਂ ਇਹਨਾਂ ਦੀ ਮੁਕਤੀ ਦੀ ਅਰਦਾਸ ਕਰਨੀ ਹੈ। ਦੇਖੋ ਧਿਆਨ ਦੇਣਾ, ਅਸੀਂ ਇਹਨਾਂ ਦੀ ਮੁਕਤੀ ਦੀ ਅਰਦਾਸ ਕਰਨੀ। ਇਤਿਹਾਸ ਹੈ, ਕੋਈ ਵੀ ਸਿੱਖ ਖੜਾ ਹੋ ਕੇ ਇੱਕ ਪਾਠ ਜਪਜੀ ਸਾਹਿਬ ਦਾ ਸੰਗਤ ਵਿੱਚ ਕਰੇ, ਫਿਰ ਅਰਦਾਸ ਹੋਵੇ ਤਾਂ ਕਿ ਉਸ ਦੀ ਮੁਕਤੀ ਹੋਵੇ। ਕਿਸੇ ਦੀ ਹਿੰਮਤ ਨਹੀਂ ਪਈ ਗੁਰੂ ਸਾਹਿਬ ਦੇ ਅੱਗੇ ਕੋਈ ਪਾਠ ਕਰੇ, ਪਰ ਇੱਕ ਪਿਆਰ ਵਾਲਾ ਖੜਾ ਹੋਇਆ, ਭਾਈ ਗੋਪਾਲਾ। ਮਹਾਰਾਜ ਜੇ ਤੁਹਾਡਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ ਤੁਸੀਂ, ਤੇ ਤੁਸੀਂ ਇਹ ਸੇਵਾ ਮੇਰੇ ਕੋਲ ਲੈ ਲਓ। ਮਹਾਰਾਜ ਕਹਿੰਦੇ ਨੇ ਅਸੀਂ ਬੜੇ ਪ੍ਰਸੰਨ ਹੋਵਾਂਗੇ। ਇਹ ਪਾਠ ਕਰੋ ਜਪਜੀ ਸਾਹਿਬ ਦਾ, ਅਰਦਾਸ ਕਰਨੀ ਹੈ ਜਿਹੜੇ ਜੰਗ ਵਿੱਚ ਸ਼ਹੀਦ ਹੋਏ ਨੇ, ਮਾਰੇ ਗਏ ਨੇ, ਉਹਨਾਂ ਦੀ ਮੁਕਤੀ ਵਾਸਤੇ। ਦੇਖੋ ਕਿਤਨਾ ਨਿਰਵੈਰ ਹੈ ਮੇਰਾ ਗੁਰੂ। ਜਿਹੜੇ ਤੁਰਕ ਮਰ ਵੀ ਗਏ ਨੇ ਹੱਥੋਂ, ਉਹਨਾਂ ਦੀ ਵੀ ਮੁਕਤੀ ਦੀ ਅਰਦਾਸ ਕਰ ਰਹੇ। ਸਤਿਗੁਰ ਸਿੱਕੇ ਬੰਧਨ ਕਾਟੇ। ਪਾਠ ਕੀਤਾ, ਸ਼ੁਰੂ ਕੀਤਾ ਪਾਠ ਆਰੰਭ ਹੋਇਆ ਬੜੀ ਮਸਤੀ ਵਿੱਚ, ਇੱਕ ਲਹਿ ਵਿੱਚ, ਇੱਕ ਸਰੂਰ ਵਿੱਚ। ਦੇਖੋ ਤੁਹਾਨੂੰ ਹੀ ਪਤਾ ਲੱਗ ਜਾਂਦਾ, ਮੈਨੂੰ ਹੀ ਪਤਾ ਲੱਗ ਜਾਂਦਾ ਅੱਜ ਪਾਠ ਬੱਧਾ ਚੱਟੀ ਹੋ ਰਿਹਾ ਕਿ ਰਸ ਵਿੱਚ ਹੋ ਰਿਹਾ। ਜਦੋਂ ਸਿੱਖਾ ਤੇਰੇ ਮਨ ਵਿੱਚ ਆਏ ਮੈਂ ਪਾਠ ਇੱਕ ਹੋਰ ਕਰਾਂ, ਸਮਝ ਲਓ ਤੇਰਾ ਮਨ ਜੁੜ ਗਿਆ। ਤੇ ਜੇ ਇਹ ਧਿਆਨ ਆ ਰਿਹਾ ਕਿ ਕਦੋਂ ਸਮਾਪਤੀ ਹੋਣੀ ਹੈ, ਮੈਂ ਇਹ ਵੀ ਕੰਮ ਕਰਨਾ ਹੈ, ਮੈਂ ਇਹ ਵੀ ਕੰਮ ਕਰਨਾ ਹੈ, ਫਿਰ ਸਮਝ ਲੈਣਾ ਹਲੇ ਗੱਲ ਬਣੀ ਨਹੀਂ ਹੈ। ਚਲੋ ਮੰਜ਼ਿਲ ਵਾਸਤੇ ਨਿਕਲ ਤੇ ਪਏ ਆ ਨਾ, ਕਰੋ, ਨਿਰਾਸ਼ ਨਹੀਂ ਹੋਣਾ। ਤਾਂ ਵੀ ਮੈਂ ਨਿਰਾਸ਼ ਨਹੀਂ ਕਰ ਰਿਹਾ। ਬਾਣੀ ਪੜ੍ਹਨੀ ਨਹੀਂ ਛੱਡਣੀ। ਦੇਖੋ ਮੇਰਾ ਕੰਮ ਹੈ ਬਾਣੀ ਪੜ੍ਹਨਾ, ਮਿਹਰ ਕਰਨਾ ਉਸ ਪਰਮਾਤਮਾ ਦਾ ਕੰਮ ਹੈ। ਮੇਰਾ ਕੰਮ ਹੈ ਬੀਜ ਬੋਣਾ, ਉਦਮ ਕਰਨਾ, ਉਹਨੂੰ ਪ੍ਰਫੁੱਲਿਤ ਕਰਨਾ ਮੇਰੇ ਹੱਥ ਵਿੱਚ ਨਹੀਂ ਜੀ। ਕਰਮ ਕਰਨਾ ਮੇਰੇ ਹੱਥ ਵਿੱਚ ਹੋ ਸਕਦਾ ਹੈ, ਪਰ ਫਲ ਦੇਣ ਦਾ ਜਿਹੜਾ ਹੈ ਉਹ ਪਰਮਾਤਮਾ ਦੇ ਹੱਥ ਹੈ। ਤੁਸੀਂ ਕਰਮ ਕਰੀ ਜਾਓ, ਤੁਸੀਂ ਪਾਠ ਕਰੀ ਜਾਓ। ਮਹਾਰਾਜ ਨੂੰ ਕਿਹਾ ਸੀ ਨਾ ਕਿ ਬਾਣੀ ਪੜ੍ਹਨੇ ਦਾ ਕੀ ਲਾਭ ਹੈ। ਮਹਾਰਾਜ ਕਹਿੰਦੇ ਨੇ ਜਿਹੜਾ ਬਾਣੀ ਪੜ੍ਹਦਾ ਉਹਨੂੰ ਲਾਭ ਤੇ ਮਿਲਣਾ ਹੀ ਮਿਲਣਾ ਹੈ। ਐਸੀ ਗੱਲ ਨਹੀਂ ਹੈ। ਉਸ ਸਿੱਖ ਨੇ ਪਿਆਰ ਨਾਲ ਪਾਠ ਕੀਤਾ, ਬੜੇ ਰਸ ਵਿੱਚ। ਮਹਾਰਾਜ ਹਰਗੋਬਿੰਦ ਪਾਤਸ਼ਾਹ ਜਿਹਦਾ ਪਾਠ ਸੁਣ ਲਓ ਤੁਸੀਂ, ਤੁਹਾਡੇ ਵਿੱਚੋਂ ਵੀ ਕੋਈ ਸ਼ੁੱਧ ਪਾਠ ਕਰੇ, ਸੁਣਨ ਵਾਲਾ ਜਿਹੜਾ ਸਰੋਤਾ ਹੁੰਦਾ ਨਾ, ਉਹ ਸ਼ਬਦ ਦੀ ਫਿਰ ਸਵਾਰੀ ਕਰ ਰਿਹਾ ਹੁੰਦਾ ਹੈ, ਉਹਨੂੰ ਆਨੰਦ ਆ ਰਿਹਾ ਹੁੰਦਾ ਹੈ। ਉਹ ਕਹਿੰਦਾ ਬਈ ਹੁਣ ਕਈ ਵਾਰੀ ਦਰਬਾਰ ਸਾਹਿਬ ਬੈਠੋ, ਕੀਰਤਨ ਹੋ ਰਿਹਾ ਹੁੰਦਾ ਨਾ, ਉੱਠਣ ਦਾ ਦਿਲ ਹੀ ਨਹੀਂ ਕਰਦਾ। ਕਿਉਂ? ਕਿਉਂਕਿ ਸ਼ਬਦ ਤੇ ਸੁਰਤ ਦਾ ਮੇਲ ਹੋ ਰਿਹਾ ਹੈ। ਜਦੋਂ ਮੇਲ ਹੁੰਦਾ ਤੇ ਆਨੰਦ ਆਉਂਦਾ ਹੈ। ਜਦੋਂ ਆਨੰਦ ਆਉਂਦਾ ਤੇ ਫਿਰ ਬੰਦਾ ਕਹਿੰਦਾ ਫਿਰ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਜਦੋਂ ਮਹਾਰਾਜ ਪਾਠ ਸੁਣ ਰਹੇ ਨੇ ਤੇ ਸ਼ਲੋਕ ਆਇਆ, ਨੇਤਰ ਉਹਨੇ ਖੋਲੇ, ਵੇਖਿਆ ਮਹਾਰਾਜ ਤੇ ਬੜੀ ਆਨੰਦ ਵਿੱਚ ਆਨੰਦ ਲੈ ਰਹੇ ਨੇ। ਖੁਸ਼ ਹੋ ਗਿਆ ਕਿ ਮੈਂ ਪਾਠ ਕਰ ਰਿਹਾ ਤੇ ਗੁਰੂ ਸਾਹਿਬ ਖੁਸ਼ ਨੇ। ਦੇਖੋ ਇੱਕ ਪਾਠ ਜਪਜੀ ਸਾਹਿਬ ਮਹਾਰਾਜ ਦੇ ਅੱਗੇ
ਹੁਣ ਉਹਦੇ ਮਨ ਵਿੱਚ ਦੇਖੋ ਪਲਟਾ ਆ ਗਿਆ। ਕਹਿੰਦੇ ਮਨਾ, ਜੇ ਗੁਰੂ ਸਾਹਿਬ ਨੇ ਇੱਕਦਮ ਕਹਿ ਦਿੱਤਾ ਸਮਾਪਤੀ ਤੋਂ ਬਾਅਦ ਮੰਗ ਲੈ ਸਿੱਖਾ, ਸੋਚੇ ਕੀ ਮੰਗਣਾ ਹੈ। ਇਹੀ ਅਸੀਂ ਇੱਥੇ ਟਪਲਾ ਖਾ ਜਾਂਦੇ ਹਾਂ। ਜਦੋਂ ਪਾਠ ਹੋ ਰਿਹਾ ਸੀ, ਮਹਾਰਾਜ ਦੀ ਸੋਚ ਕਿਤੇ ਹੋਰ ਸੀ। ਮੈਂ ਅਕਸਰ ਕਹਿਣਾ, ਬਾਣੀ ਪੜ੍ਹ ਕੇ ਨਾ, ਸ਼ਾਇਦ ਹੋ ਸਕਦਾ ਮੇਰੀ ਕੋਈ ਗੱਲ ਨੂੰ ਨਾ ਸਮਝੇ, ਲੇਕਿਨ ਹਕੀਕਤ ਹੈ ਜਿਤਨੀ ਤੁਸੀਂ ਤਪ ਕਰਦੇ ਹੋ ਨਾ, ਜਪ ਕਰਦੇ ਹੋ, ਇਹ ਤਪ ਹੀ। ਅੰਮ੍ਰਿਤ ਵੇਲੇ ਜਾਗਣਾ ਨਾ, ਇਹ ਤਪ ਹੀ ਹੈ। ਇਹ ਤਪਾ ਸਿਰ ਤਪ ਹੈ। ਬੜਾ ਔਖਾ ਕੰਮ ਹੈ। ਸਭ ਤੋਂ ਵੱਡਾ ਜੰਗ ਜਿਹੜੀ ਹੈ ਆਲਸ ਦੇ ਨਾਲ ਲੜਨਾ, ਜਿਹੜਾ ਤੁਸੀਂ ਉੱਠ ਕੇ ਲੜਦੇ ਹੋ, ਇਹ ਤਪ ਹੈ। ਇਹ ਧੂਣੀਆਂ ਤੁਖਾਣੀਆਂ ਆ, ਉਹ ਤਪ ਨਹੀਂ। ਨੰਗੇ ਪੈਰ ਹੀ ਰਹਿਣਾ, ਉਹ ਤਪ ਨਹੀਂ। ਕਿ ਜੂਨ ਦੇ ਮਹੀਨੇ ਵਿੱਚ ਸੜਦੀ ਅੱਗ ਦੇ ਸਾਹਮਣੇ ਆਪਣੇ ਆਪ ਨੂੰ, ਪਿੰਡੇ ਨੂੰ ਤਪਾਉਣਾ, ਨਹੀਂ, ਉਹ ਨਹੀਂ। ਜਿਹੜਾ ਅੰਮ੍ਰਿਤ ਵੇਲੇ ਜਾਗ ਕੇ ਉਸ ਦੇ ਵਿੱਚ ਜੁੜਨਾ, ਇਹ ਬੜਾ ਵੱਡਾ ਤਪ ਜੇ। ਤੇ ਜਦੋਂ ਮਹਾਰਾਜ ਨੇ ਵੇਖਿਆ ਤੇ ਮਹਾਰਾਜ ਸੋਚੀ ਪੈ ਗਏ, ਮੈਂ ਕੀ ਕਰਾਂ। ਇਤਿਹਾਸ ਹੈ। ਤੇ ਮਹਾਰਾਜ ਥੋੜਾ ਜਿਹਾ ਆਪਣੇ ਸਿੰਘਾਸਨ ਤੋਂ ਥੋੜਾ ਜਿਹਾ ਹਿੱਲੇ ਵੀ। ਬਈ ਸਿੱਖ ਪਿਆਰ ਨਾਲ ਬਾਣੀ ਪੜ੍ਹ ਰਿਹਾ ਤੇ ਇਹਨੂੰ ਮੈਂ ਕੀ ਦਵਾਂ। ਮੈਂ ਤਾਂ ਹੀ ਕਹਿਣਾ, ਬਾਣੀ ਪੜ੍ਹ ਕੇ ਨਾ ਕੁਛ ਮੰਗਿਆ ਨਾ ਕਰੋ। ਸਾਡੀ ਮੰਗ ਛੋਟੀ ਹੁੰਦੀ ਹੈ, ਗੁਰੂ ਦੀ ਸੋਚ ਉੱਚੀ ਹੈ। ਫਿਰ ਜਦੋਂ ਉਹਦਾ ਧਿਆਨ ਆ ਗਿਆ ਕਿ ਜਿਹੜਾ ਇੱਕ ਘੋੜਾ ਹੈ ਕਿਸੇ ਨੇ ਭੇਟਾ ਕੀਤਾ, 1.25 ਲੱਖ ਦਾ ਘੋੜਾ, ਸੋਨੇ ਦੀ ਕਾਠੀ ਵਾਲਾ, ਜੇ ਇਹ ਮੈਂ ਮੰਗ ਲਵਾਂ ਤੇ ਗੱਲ ਹੀ ਬਣ ਜਾਣੀ ਹੈ। ਫਿਰ ਹੋਣਾ ਕੀ ਸੀ। ਰੋਜ਼ ਪੜ੍ਹਦੇ ਹੋ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਉਹੀ ਦੇਣਾ ਉਹਨੇ। ਹੁਣ ਕੋਈ ਚੋਰ ਆਂਦਾ ਗੁਰੂ ਦੇ ਦੁਆਰੇ, ਮੈਨੂੰ ਚੋਰੀ ਕਰਨੀ ਹੈ, ਮੈਨੂੰ, ਤੇ ਮਾਰੇ ਫਿਰ ਜਿਹੜੀ ਮਨਸ਼ਾ ਤੁਸੀਂ ਲੈ ਕੇ ਜਾਓਗੇ ਉਸੇ ਮਨਸ਼ਾ ਨੂੰ ਮਿਲੇਗੀ ਨਾ। ਇਸ ਕਰਕੇ ਸਾਡੀ ਸੋਚ ਛੋਟੀ ਹੈ, ਕਿਉਂਕਿ ਪਰਮਾਤਮਾ ਬਹੁਤ ਵੱਡਾ ਜੇ। ਇਹ ਰੋਜ਼ ਪੜ੍ਹਦੇ ਹੋ, ਜੇਵੜ ਆਪ ਤੇਵੜ ਤੇਰੀ ਦਾਤ। ਜਿੰਨਾ ਵੱਡਾ ਆਪ ਹੈ ਉਸ ਤੋਂ ਵੱਡੀਆਂ ਉਹਦੀਆਂ ਦਾਤਾਂ ਨੇ। ਫਿਰ ਸੋਚੋ, ਜੇਵੜ ਆਪ ਤੇਵੜ ਤੇਰੀ ਦਾਤ। ਜਿੰਨਾ ਵੱਡਾ ਪਰਮਾਤਮਾ ਤੂੰ ਆਪ ਹੈ, ਉਸ ਤੋਂ ਵੱਡੀਆਂ ਤੇਰੀਆਂ ਦਾਤਾਂ ਨੇ। ਰੱਬ ਨੂੰ, ਗੁਰੂ ਨੂੰ ਛੋਟਾ ਨਾ ਸਮਝੋ। ਸਾਡੀ ਸੋਚ ਮੰਗਣ ਦੀ ਛੋਟੀ ਹੋ ਸਕਦੀ ਹੈ, ਪਰ ਗੁਰੂ ਦੀ ਦੇਣ, ਉਹ ਤੇ ਫਿਰ ਦੇਂਦਾ ਦੇ, ਲੈਂਦੇ ਥੱਕ ਪਾਏ। ਕਦੋਂ ਤੱਕ? ਜੁਗਾ ਜੁਗੰਤਰ ਖਾਹੀ ਖਾਏ। ਸਾਡਾ ਕਮਾਇਆ ਤੇ ਸਾਡੇ ਨਾਲ ਹੀ ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਨਹੀਂ, ਜੇ ਮੇਰਾ ਦਿੱਤਾ ਹੋਏਗਾ ਨਾ, ਤੂੰ ਜੁਗਾ ਜੁਗੰਤਰਾਂ ਤੱਕ ਖਾਂਦਾ ਰਹੇਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਮਾਪਤੀ ਹੋਈ ਤੇ ਮਹਾਰਾਜ ਕਿਹਾ ਮੰਗ ਲੈ, ਉਹੀ ਚੀਜ਼ ਮੰਗੀ ਤੇ ਮਹਾਰਾਜ ਨੇ ਦੇ ਦਿੱਤੀ। ਮਹਾਰਾਜ ਮੁਸਕਰਾ ਪਏ, ਸਿੱਖਾ ਮੈਂ ਤੇ ਤੇਰੇ ਵਾਸਤੇ ਕੀ ਕੀ ਸੋਚਿਆ ਸੀ। ਤੇ ਇਸ ਕਰਕੇ ਬਾਣੀ ਪੜ੍ਹੋ, ਰੱਜ ਕੇ ਪੜ੍ਹੋ, ਸਿਮਰਨ ਕਰੋ, ਰੱਜ ਕੇ ਕਰੋ, ਕੋਸ਼ਿਸ਼ ਕਰੋ ਉਹਦੇ ਬਦਲੇ ਕੁਛ ਨਾ ਮੰਗੋ। ਜਿਹੜਾ ਬੰਦਾ ਬੈਂਕ 'ਚ ਬੈਲੈਂਸ ਰੱਖੀ ਜਾਂਦਾ ਨਾ, ਕਈ ਭਗਤਾਂ ਨੇ ਰੱਬ ਦੇ ਉੱਤੇ ਕਰਜ਼ੇ ਚੜਾ ਦਿੱਤੇ। ਮੈਨੂੰ ਖਿਮਾ ਕਰ ਦੇਣਾ, ਮੈਂ ਅੱਖਰ ਐਸੇ ਵਰਤ ਰਿਹਾ। ਨਹੀਂ ਤੇ ਬਾਣੀ ਪੜ੍ਹ ਲਓ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਉਹਨਾਂ ਨੇ ਪ੍ਰੇਮ ਦੇ ਬੰਧਨਾਂ ਵਿੱਚ ਰੱਬ ਨੂੰ ऋणी ਬਣਾ ਦਿੱਤਾ, ਰੱਬ ਨੂੰ ਕਰਜ਼ਾਈ ਬਣਾ ਦਿੱਤਾ। ਫਿਰ ਜੋ ਕਿਹਾ ਰੱਬ ਨੂੰ ਕਿਹਾ ਤੇ ਉਹਨੇ, ਰੱਬ ਨੇ ਕੀਤਾ। ਉਹਨੇ ਕਿਹਾ ਖੇਤਾਂ ਵਿੱਚ ਹਲਵਾ, ਉਹਨੇ ਕਿਹਾ ਸੈਣ ਦਾ ਰੂਪ ਧਾਰ ਕੇ ਚਲੇ ਗਏ। ਹਰ ਜਗ੍ਹਾ ਤੇ ਪਰਮਾਤਮਾ ਨੇ ਫਿਰ ਉਹਨਾਂ ਦੇ ਕੰਮ ਕੀਤੇ। ਰੋਜ਼ ਪੜ੍ਹਦੇ ਹੋ, ਚਿੰਤ ਕੰਮ ਕਰੇ ਪ੍ਰਭ ਤਿਨ ਕਾ ਜਿਨ ਹਰ ਕਾ ਨਾਮ ਪਿਆਰਾ। ਕਿਉਂਕਿ ਭਗਤਾਂ ਨੇ ਬਾਣੀ ਪੜ੍ਹ ਕੇ ਖਜ਼ਾਨੇ ਵਾਸਤੇ ਮੰਗਿਆ ਨਹੀਂ। ਹੁਣ ਤੁਸੀਂ ਰੋਜ਼ ਕਮਾਈ ਜਾਓ, ਰੋਜ਼ ਕਮਾਈ ਜਾਓ, ਬੈਂਕ 'ਚ ਜਮ੍ਹਾਂ ਕਰੀ ਜਾਓ, ਇੱਕ ਸਮਾਂ ਆਏਗਾ ਤੁਹਾਡੇ ਕੋਲ ਇੰਨਾ ਹੀ ਖਜ਼ਾਨਾ ਹੋ ਜਾਣਾ ਹੈ। ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ, ਖਰਚ ਰਹੇ ਨਿਖੁੱਟੈ ਨਾਹੀ। ਇਹ ਤੇ ਰਤਨ ਲਾਲ ਜਾਕਾ ਕਛੂ ਨਾ ਮੋਲ, ਪਰੇ ਭੰਡਾਰ ਖੁੱਟ ਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋੜ ਨਾ ਆਵੇ ਵੱਧਦੋ ਜਾਈ। ਇਹ ਤੇ ਵੱਧਦਾ ਹੀ ਜਾਣਾ ਖਜ਼ਾਨਾ। ਮੰਗੋ ਨਾ, ਗੁਰੂ ਨੂੰ ਪਤਾ ਹੈ ਸਾਡੀਆਂ ਲੋੜਾਂ ਦਾ।
जिन्हें सानू जन्म दिता है उन्होंने सब कुछ पता है, साड़ी हर प्रॉब्लम तो पता है। जाने बिरथा सभा मन की, वो सारियां दी मना दी वेदना जानदा है, हर एक दा दुख जानदा है, क्योंकि वो करता पूरक है। पूरक हुंदा है जिहड़ा सब दे विच वसिया होवे। क्रिएटर बनाउण वाला वो सारियां दे विच है। तो फिर महाराज ने उस जपजी साहब दे सदके उन्हां दी मुक्ति दी अरदास कीती। देखो कितनी वड्डी गल है। जपजी साहब दा मातम मैं अखीर बड़े बड़े कंसैप्ट है ने, पर मैं एक 10 मिनट का कंसैप्ट आप जी ने सांझ करके मैं कहना मेरा प्यार जपजी मैं मेरे सुनाने का भाव पता की है, मैं तुहानू नहीं सुना रहा, मैं अपने मन नू सुना रहा। तुसी समझ रहे हो, सुन रहे हो, गल वखरी है, पर दरअसल मैं अपने मन नू समझा रहा कि मना तू जपजी साहब दे नाल जुड़ जा। देखो तुहाडे किन्ने कारज गुरु साहब सवारनगे। मैं 10 मिनट आप जी दे लैना वा, होर इस तरह टिकाव विच बैठे रहो। तुसी इतिहास विच एक नाम सुनिया होना है, इतिहास तो बाहर कोई गल नहीं, गुरबाणी तो बाहर कोई गल नहीं होएगी। ध्यान नाल सरवण करना। भाई लखू गुरु अर्जन देव महाराज दे समय होए हैं, बड़ी बंदगी वाले, नाम जपण वाले। एक बारी भाई बुद्धू जी गुरु अर्जन देव महाराज को आए। महाराज मेरा आवा हर वक्त कच्चा रहिंदा है। आवा समझते हो, कई जिहड़े नवे होंगे उन्होंने नहीं पता होगा, इट्टां पकाण दा भट्ठा कह लो। महाराज मेरा आवा ना कच्चा रहिंदा है। ये बड़े ध्यान नाल गल सुनना। जे कदी कोई मिस भी करदा ना जपजी साहब दा पाठ, महाराज दी बख्शी दे सदके वो फिर जिंदगी विच मिस नहीं करेगा। तो जदों गया महाराज मेरा ना आवा हर साल कच्चा हुंदा है, अरदास करो। महाराज कहंदे ने इस तरह कर भाई बुद्धू, तू ना गुरु दे संगतां वास्ते लंगर तैयार कर, लंगर कर ते अरदास करा, तेरा आवा पक्का होएगा। ध्यान नाल सुनना। उन्हें गुरु आश्रय अनुसार लंगर तैयार किया, संगत आई, कीर्तन होया, लंगर होया। जद लंगर चल रहा सी, एक सीधा सादा भाई लखू, जिहड़ी आम जिस तरह कोई सीधा सादा होवे ना, उहदी दस्तार भी उन्हें एवें बन्नी हुंदी है। उहदी शरीर तो वेख के लगदा कि बड़ा ही कोई झल्ला जाई, असीं एवें कह लो, चलो झल्ला जाई, हालांकि मैं नहीं कह सकदा। चलो एक गल करन वास्ते सानूं कुछ वर्ड तो यूज़ करना पैना ना। बड़ा सीधा सादा सी दुनिया की नज़र विच। ते उन्हें आके कहा जी भाई साहब जी लंगर सानू ही छकाओ। उहदी शक्ल वेख के असी भी कई बारी कह देना जा भी परे हो जा। उन्हें कहा जा जा तेनू लंगर नहीं, लंगर मस्ताना हो गया, असी नहीं देना, जाओ जा। उन्हें 2-3 बारी कहा भी मैनू लंगर, मैं गुरु का सिख हाँ, मैनू लंगर, मैं भी लंगर छकन आया, मैनू भी लंगर दे। कहंदा जा जा, इत्थे भौंकण की लोड़ नहीं है। ये भी अखर यूज़ किए जो मैं पढ़ रहा सी। जदों ने गल सुनी तो नचदा टपदा निकल गया। कहंदे जा फिर बुद्धू तेरा आवा कच्चा, बुद्धू दा आवा कच्चा। जद ये गल सुनी चले गए घर। समा पा के जद आवे नूं खोलिया, क्योंकि आवन पकाने वास्ते कई दिन चाहिए होंदे ने, जदों आवे नूं खोलिया ते आवा कच्चा सी, इट्टां कच्चियां सी। हुण कच्ची इट किवें विके? वो चला गया गुरु अर्जन देव महाराज कोल। महाराज तुसी जिवें कहा सी मैं उवें कीता है। तुसी कहा सी संगत बुलाओ, लंगर कराओ, आवा तुहाडा पक्का होएगा। क्योंकि ये भी एक कला है। देखो जदों हरमंदर साहिब की उसारी हो रही सी ना, बाबा बुढ़ा जी ने भी आवा लगाया सी, भाई बिधी चंद का भी आवा सी, भाई बैलो का भी सी। देखो भाई बैलो ने भी आवा लाया सी पकाया वास्ते, ते वो बिल्कुल नवा सी। भाई बैलो भी बड़ा शोधा जिहा है, सखी सरवर सी। पर महाराज ने सिख
ਆਪਣੇ ਸਿੱਖ ਧਰਮ ਦੀ ਗੱਲ ਦੱਸ ਕੇ ਇੰਨਾ ਪ੍ਰਭਾਵਿਤ ਹੋਇਆ, ਉਹ ਗੁਰੂ ਦਾ ਸਿੱਖ ਬਣ ਗਿਆ। ਉਹਦਾ ਵੀ ਚਿੱਤ ਕਰਾ ਕਿ ਮੈਂ ਇਸ ਹਰਿਮੰਦਰ ਸਾਹਿਬ ਦੇ ਵਿੱਚ ਮੈਂ ਵੀ ਆਵਾ ਪਕਾਵਾਂ। 5-6 ਸਿੰਘਾਂ ਦੀ ਡਿਊਟੀ ਲੱਗੀ ਸੀ। ਭਾਈ ਬਹਿਲੋ ਨੇ ਵੀ ਇੱਕ ਆਵਾ ਆਪਣਾ ਤਿਆਰ ਕਰ ਰਿਹਾ ਸੀ, ਤੇ ਉਹ ਸਿੱਖਾਂ ਕੋਲੋਂ ਪੁੱਛਦਾ ਸੀ ਕਿ ਸਿੱਖੋ ਦੱਸੋ ਆਵਾ ਪੱਕਾ ਕਿਵੇਂ ਨਿਕਲੇਗਾ, ਪੱਕਾ ਕਿਵੇਂ ਹੋਏਗਾ, ਇੱਟਾਂ ਲਾਲ ਕਿਵੇਂ ਨਿਕਲਣਗੀਆਂ। ਤੇ ਸਿੱਖ ਮਜ਼ਾਕ ਕਰਦੇ ਸਨ ਉਹਦੇ ਨਾਲ। ਉਹ ਕਹਿੰਦੇ ਸਨ ਇਹਨੂੰ ਆਵੇ ਨੂੰ ਪੱਕਾ ਕਰਨਾ ਹੀ ਨਾ, ਤੇ ਜਾ ਕੇ ਗਲੀਆਂ ਦਾ ਕੂੜਾ ਪਾ ਇਹਦੇ ਵਿੱਚ, ਆਵੇ ਦੇ ਵਿੱਚ, ਤੇ ਇੱਟਾਂ ਲਾਲ ਨਿਕਲਣਗੀਆਂ। ਉਹਨਾਂ ਨੇ ਆਪਣੇ ਵੱਲੋਂ ਮਖੌਲ ਕੀਤਾ। ਭਾਈ ਬਹਿਲੋ ਸ਼ੋਧਾ ਸੀ, ਗੁਰੂ ਨਾਲ ਪ੍ਰੇਮ ਸੀ। ਉਹਨੇ ਜਾ ਕੇ ਟੋਕਰੀ ਲੈ ਕੇ ਗਲੀਆਂ ਦਾ ਕੂੜਾ ਚੁੱਕ ਚੁੱਕ ਕੇ ਉਸ ਆਵੇ ਵਿੱਚ ਪਾਣ ਲੱਗ ਪਿਆ। ਉਹ ਨੇਤ ਪਰਮੇਸ਼ਰ ਦੀ। ਜਦੋਂ ਆਵਾ ਤਿਆਰ ਹੋਇਆ, ਵੇਖਿਆ ਮਹਾਰਾਜ ਰਾਉਂਡ ਤੇ ਆਏ, ਸਭ ਤੋਂ ਜ਼ਿਆਦਾ ਇੱਟਾਂ ਲਾਲ ਭਾਈ ਬਹਿਲੋ ਦੀਆਂ ਸੀ। ਆਇਆ ਬਾਅਦ ਵਿੱਚੋਂ ਸੀ, ਪਰ ਗੁਰੂ ਮਹਾਰਾਜ ਨੇ ਵਰ ਦਿੱਤਾ ਸੀ, ਭਾਈ ਬਹਿਲੋ ਸਭ ਤੋਂ ਪਹਿਲੋਂ, ਬਈ ਤੂੰ ਨੰਬਰ ਲੈ ਗਿਆ। ਸਿੱਖਾਂ ਨੇ ਮਜ਼ਾਕ ਕੀਤਾ ਆਪਣੇ ਵੱਲੋਂ, ਪਰ ਜਿੱਥੇ ਪ੍ਰੇਮ ਆ ਜਾਏ, ਭਾਵਨਾ ਆ ਜਾਏ, ਸ਼ਰਧਾ ਆ ਜਾਏ, ਭਰੋਸਾ ਆ ਜਾਏ, ਉੱਥੇ ਇਹ ਚੀਜ਼ਾਂ ਸਭ ਥੱਲੇ ਰਹਿ ਜਾਂਦੀਆਂ ਨੇ। ਤੇ ਜਦ ਆਵਾ ਕੱਚਾ, ਮਹਾਰਾਜ ਨੇ ਕਿਹਾ ਕਿ ਲੰਗਰ ਵੀ ਕੀਤਾ, ਕਹਿੰਦੇ ਹਾਂ, ਪਰ ਫਿਰ ਵੀ ਆਵਾ ਕੱਚਾ। ਮਹਾਰਾਜ ਕਹਿੰਦੇ ਗੱਲ ਤੇ ਤੂੰ ਮੈਨੂੰ ਪੂਰੀ ਸੁਣਾਈ ਨਹੀਂ। ਕਹਿੰਦਾ ਮਹਾਰਾਜ ਤੁਸੀਂ ਜਿਵੇਂ ਕਿਹਾ ਮੈਂ ਉਵੇਂ ਲੰਗਰ ਤਿਆਰ ਕੀਤਾ, ਉਵੇਂ ਸਾਰੀ ਸੰਗਤ ਨੂੰ ਬੁਲਾਇਆ, ਪਰ ਆਵਾ ਕਿਉਂ ਕੱਚਾ ਹੈ। ਮਹਾਰਾਜ ਕਹਿੰਦੇ ਧਿਆਨ ਨਾਲ ਸੋਚ, ਕਿੱਥੇ ਤੇਰੇ ਕੋਲ ਭੁੱਲ ਹੋਈ ਹੈ। ਕਹਿੰਦੇ ਨੇ ਹਾਂ, ਇੱਕੋ ਸਿੱਧਾ ਜਿਹਾ ਕੋਈ ਲੱਖੂ ਸੀ, ਉਹ ਆਇਆ ਸੀ, ਤੇ ਉਹਨੇ ਜਦ ਮੈਂ ਉਹਨੂੰ ਕੁਝ ਬੋਲਿਆ ਮਾੜੇ ਸ਼ਬਦ, ਤੇ ਉਹਨੇ ਕਿਹਾ ਬੁੱਧੂ ਦਾ ਆਵਾ ਕੱਚਾ। ਗੁਰੂ ਸਾਹਿਬ ਕਹਿੰਦੇ ਨੇ ਇਹ ਭਗਤ ਹੈ, ਇਹਨੇ ਜੋ ਰਸਨਾ ਤੋਂ ਕਿਹਾ ਨਾ, ਇਹਨੂੰ ਤੇ ਮੈਂ ਨਹੀਂ ਟਾਲ ਸਕਦਾ। ਦੇਖੋ ਗੁਰੂ ਦਾ ਬਚਨ, ਮੈਂ ਇੱਕ ਨਾ ਕੱਲ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਪੜ੍ਹ ਰਿਹਾ ਸੀ, ਨੋਟ ਕਰ ਲੈਣਾ ਤੁਸੀਂ, ਬੜੀ ਕੀਮਤੀ ਪੰਕਤੀ। ਵੈਸੇ ਸਾਰੀਆਂ ਕੀਮਤੀ ਨੇ, ਪਰ ਕਈ ਵਾਰੀ ਢੁੱਕ ਜਾਏ ਤੇ ਬੜਾ ਹੋਰ ਹੀ ਆਨੰਦ ਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਗੀਰ ਬਸੁਦਾ, ਗਿਰ ਹੁੰਦਾ ਹੈ ਪਹਾੜ, ਬਸੁਦਾ ਹੁੰਦੀ ਹੈ ਧਰਤੀ, ਜਲ ਪਵਨ। ਮਹਾਰਾਜ ਕਹਿੰਦੇ ਗਿਰ ਬਸੁਦਾ ਜਲ ਪਵਨ ਜਾਏਗੋ, ਇਹ ਸਭ ਨੇ ਨਾਸ਼ ਹੋ ਜਾਣਾ ਜੇ। ਇੱਕ ਸਾਧ ਬਚਨ ਅਟਲਾਦਾ, ਜਿਹੜਾ ਨਾਮ ਜਪਣ ਵਾਲੇ ਦਾ ਬਚਨ ਹੈ ਉਹ ਅਟਲਾਦਾ ਹੈ, ਉਹਨੂੰ ਤੇ ਗੁਰੂ ਵੀ ਪਰਮਾਤਮਾ ਵੀ ਨਹੀਂ ਟਾਲ ਸਕਦਾ। ਫਿਰ ਧਿਆਨ ਦੇਣਾ। ਮਹਾਰਾਜ ਕਹਿੰਦੇ ਭਾਵੇਂ ਮੈਂ ਕਿਹਾ ਵੇ ਕਿ ਤੇਰਾ ਆਵਾ ਪੱਕਾ ਹੈ, ਪਰ ਮੇਰੇ ਪਿਆਰ ਵਾਲੇ ਸਿੱਖ ਨੇ ਕਿਹਾ ਵੇ ਇਹ ਇੱਕ ਸਾਧ ਬਚਨ ਅਟਲਾਦਾ, ਇਹਨੂੰ ਤੇ ਰੱਬ ਵੀ ਨਹੀਂ ਛੇੜ ਸਕਦਾ। ਪਤਾ ਕਿਉਂ? ਕਿਉਂਕਿ ਇਹਦਾ ਨੇਮ ਹੈ ਰੋਜ਼ ਦੇ 25 ਪਾਠ ਜਪਜੀ ਸਾਹਿਬ ਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। 25 ਪਾਠ ਜਪਜੀ ਸਾਹਿਬ ਤੇ ਕਰਦਾ ਹੈ, ਇਹਦੀ ਰਸਨਾ ਤੇ ਗੁਰੂ ਨਾਨਕ ਦੀ ਨੇੜਤਾ ਹੈ। ਗੁਰੂ ਨਾਨਕ ਇਹਦੇ ਹਾਜ਼ਰ ਨਾਜ਼ਰ ਇਹਦੇ ਕੋਲ ਹੈ। ਪਰ ਇੱਕ ਗੱਲ ਹੈ, ਹੁਣ ਮੈਂ ਉਸ ਗੱਲ ਨੂੰ ਤੇ ਮੈਂ ਚੇਂਜ ਨਹੀਂ ਕਰ ਸਕਦਾ, ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਵਾਂ, ਜਾ ਤੇਰੀਆਂ ਇੱਟਾਂ ਜਦੋਂ ਬਰਸਾਤ ਹੋਏਗੀ ਨਾ, ਭਾਵੇਂ ਕੱਚੀਆਂ ਨੇ ਪੱਕੀਆਂ ਦੇ ਭਾਅ ਵਿਕਣਗੀਆਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਾ ਲਾਹੌਰ ਦਾ ਰਹਿਣ ਵਾਲਾ ਸੀ ਲੱਖੂ। ਇਹ 5 ਮਿੰਟ ਕਹਿ ਕੇ ਮੈਂ ਸਮਾਪਤੀ ਕਰਾਂ। ਇਹ ਲਾਹੌਰ ਦਾ ਰਹਿਣ ਵਾਲਾ ਸੀ। ਦੇਖੋ ਦੀ ਕਮਾਈ ਕਿੰਨੀ ਸੀ, 25 ਪਾਠ ਜਪਜੀ ਸਾਹਿਬ ਦੇ ਕਰਨੇ, ਤੇ ਲਾਹੌਰ ਦੀਆਂ ਸੰਗਤਾਂ ਇਹਨਾਂ ਨੂੰ ਘਰ ਬੁਲਾਉਂਦੀਆਂ ਸਨ। ਇਹ ਭਾਈ ਮੱਲ ਸਿੰਘ ਜੀ ਸੁਣਾ ਰਹੇ ਸਨ, ਜਥੇਦਾਰ ਸਾਹਿਬ, ਜਿਹੜੇ ਅਕਾਲ ਤਖਤ ਦੇ ਜਿਹੜੇ ਕਾਲ ਚਲਾਣਾ ਕਰ ਗਏ ਨੇ। ਮੈਂ ਉਹਨਾਂ ਕੋਲ ਸੁਣ ਰਿਹਾ ਸੀ, ਤੇ ਉਹ ਕਹਿੰਦੇ ਨੇ ਇਹ ਲਾਹੌਰ ਦੀ ਹਰ ਘਰ ਇਹਨੂੰ ਬੁਲਾਉਣਾ ਚਾਹੁੰਦੇ ਸਨ ਭਾਈ ਲੱਖੂ ਨੂੰ। ਲੱਖੂ ਜੀ ਸਾਡੇ ਘਰ ਚਰਨ ਪਾਓ, ਅਰਦਾਸ ਕਰੋ, ਕਿਉਂਕਿ ਨੇਮ ਸੀ ਜਪਜੀ ਸਾਹਿਬ ਦੇ ਪਾਠ ਦਾ। ਤੇ ਬੜਾ ਟਾਈਮ ਜਾਂਦੇ ਸਨ ਅਰਦਾਸਾਂ, ਜਿਹਦੇ ਘਰ ਜਾਣਾ ਅਰਦਾਸ ਕਰਨੀ, ਉਹਦੀਆਂ ਮਨੋਕਾਮਨਾ ਪੂਰਨ ਹੋਣੀਆਂ। ਪਰ ਇੱਕ ਦਿਨ ਭਾਈ ਲੱਖੂ ਨੇ ਕਿਹਾ ਇਹ ਸੌਦਾ ਨਾ ਥੋੜਾ ਮਹਿੰਗਾ ਕਰਦੀ ਹੈ। ਸਮਝਦੇ ਹੋ ਕਿਸ ਤਰ੍ਹਾਂ? ਉਹਨਾਂ ਨੇ ਕਿਹਾ ਜਿਹੜਾ ਵੀ ਭਾਈ ਲੱਖੂ ਨੂੰ ਬੁਲਾਉਣਾ ਚਾਹੁੰਦਾ ਹੈ, ਸਭ ਤੋਂ ਪਹਿਲਾਂ ਜਪਜੀ ਸਾਹਿਬ ਜਿਹੜਾ ਕੰਠ ਸੁਣਾਏਗਾ, ਮੈਂ ਉਹਦੇ ਘਰ ਪ੍ਰਸ਼ਾਦਾ ਛਕਾਂਗਾ। ਹੁਣ ਦੇਖੋ ਜਪਜੀ ਸਾਹਿਬ ਕੰਠ ਕਰਨ ਦਾ ਕਿੰਨਾ ਲਾਭ ਹੈ।
ਮਾਈਆਂ ਲੱਗ ਪਈਆਂ ਜਪਜੀ ਸਾਹਿਬ ਪਾਠ ਕਰਨ ਦੀਆਂ। ਫਿਰ ਜਿਹਦੇ ਕੋਲ ਕੰਠ ਹੁੰਦਾ ਫਿਰ ਭਾਈ ਲੱਖੂ ਜੀ ਜਾਂਦੇ ਉਹਦੇ ਘਰ, ਪਾਠ ਕਰਦੇ, ਅਰਦਾਸ ਕਰਦੇ, ਉਹਦੀ ਮਨੋਕਾਮਨਾ ਪੂਰਨ ਹੁੰਦੀਆਂ। ਉਹ ਸਾਰੇ ਲਾਹੌਰ ਵਿੱਚ ਸਾਰੀਆਂ ਜਿੰਨੀਆਂ ਵੀ ਬੀਬੀਆਂ ਸੀ, ਸਾਰੇ ਘਰਾਂ ਦੇ ਵਿੱਚ ਜਪਜੀ ਸਾਹਿਬ ਕੰਠ ਹੋ ਗਈ। ਉਸ ਵੇਲੇ ਭਾਈ ਲੱਖੂ ਨੇ ਸੋਚਿਆ ਮੈਂ ਤਾਂ ਸੌਦਾ ਹੋਰ ਮਹਿੰਗਾ ਕਰ ਦੇਵਾਂ। ਉਹਨਾਂ ਨੇ ਕਿਹਾ ਜਿਹੜੇ ਘਰਾਂ ਦੇ ਵਿੱਚ ਹੁਣ 5 ਪਾਠ ਜਪਜੀ ਸਾਹਿਬ ਦੇ ਹੋਣਗੇ, ਮੈਂ ਉਹਨਾਂ ਦੇ ਘਰਾਂ ਵਿੱਚ ਆ ਕੇ ਪ੍ਰਸ਼ਾਦਾ ਛਕਾਂਗਾ। ਸਾਧ ਸੰਗਤ, ਤੁਸੀਂ ਯਕੀਨ ਨਾ ਮੰਨੋ, ਇਤਿਹਾਸ ਦੱਸਦਾ ਹੈ ਜੋ ਉਹਨਾਂ ਨੇ ਕਿਹਾ ਕਿ ਹਰ ਘਰ ਦੇ ਵਿੱਚ 5 ਪਾਠ ਹੋਣ ਲੱਗੇ ਕਿ ਸਾਡੇ ਘਰ ਭਾਈ ਲੱਖੂ ਆ ਕੇ ਚਰਨ ਪਾਉਣ ਤੇ ਪਾਠ ਕਰਨ, ਅਰਦਾਸ ਕਰਨ, ਪ੍ਰਸ਼ਾਦਾ ਛਕਣ। ਹਰ ਇੱਕ ਦੀ ਮਨਸਾ ਸੀ ਔਰ ਸਾਰੇ ਘਰਾਂ ਦੇ ਵਿੱਚ ਜਪਜੀ ਦੇ ਪ੍ਰਵਾਹ ਚੱਲਣ ਲੱਗ ਪਏ। ਗੁਰੂ ਨਾਨਕ ਨੇ ਕਿਹਾ ਸੀ ਨਾ, ਜਿਹੜਾ ਵੀ ਸਿੱਖ ਜਪਜੀ ਸਾਹਿਬ ਦਾ ਪਾਠ ਕਰੇਗਾ ਮੈਂ ਉਹਦੇ ਨੇੜਤਾ ਵਿੱਚ ਹੋਵਾਂਗਾ। ਅਸੀਂ ਖਾਲੀ 1-2 ਪਾਠਾਂ ਤੱਕ ਨਾ ਰਹੀਏ। ਪਾਠ ਜਪਜੀ ਨੂੰ ਬਹੁਤ ਧਿਆਨ ਨਾਲ ਪੜੋ। ਬੜੇ ਖੰਡ ਦੇਖੋ, ਗੁਰੂ ਗ੍ਰੰਥ ਸਾਹਿਬ ਦਾ ਸਾਰੇ ਜਪਜੀ ਸਾਹਿਬ ਤੇ ਜਪਜੀ ਸਾਹਿਬ ਦਾ ਸਾਰ ਮੂਲ ਮੰਤਰ ਹੈ। ਸਾਰਾ ਕੁਝ ਜਪਜੀ ਸਾਹਿਬ ਦੇ ਵਿੱਚ ਹੀ ਹੈ ਔਰ ਜਿਤਨੀ ਗੁਰੂ ਗ੍ਰੰਥ ਸਾਹਿਬ ਦੀ ਜਪਜੀ ਸਾਹਿਬ ਦੀ ਵਿਆਖਿਆ ਹੀ ਚੱਲਦੀ ਪਈ ਹੈ ਸਾਰੀ, ਕਿਤੇ ਨਾ ਕਿਤੇ ਕਨੈਕਟਿਡ ਜਪਜੀ ਸਾਹਿਬ ਦੇ ਨਾਲ ਹੈ। ਜਿਸ ਤਰ੍ਹਾਂ ਤੁਸੀਂ, ਮੈਂ ਹੋਰ ਸੌਖਾ ਕਰਦਾ, ਜਿਸ ਤਰ੍ਹਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, 24 ਸ਼ਲੋਕ ਨੇ, 24 ਅਸ਼ਟਪਦੀਆਂ ਨੇ, ਹਰ ਸ਼ਲੋਕ ਉਹ ਤੱਤ ਹੈ ਔਰ ਉਹਦੀ ਹੀ ਵਿਆਖਿਆ ਫਿਰ ਸਾਰੀ ਅਸ਼ਟਪਦੀ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹੈ ਜਿਹੜੀ ਸਾਰੀ ਜਪਜੀ ਸਾਹਿਬ ਤੋਂ ਹੀ ਹੈ। ਭਾਈ ਲੱਖੂ ਨੇ ਸਾਰੇ ਘਰਾਂ ਦੇ ਵਿੱਚ ਪਤਾ ਕੀ ਹੋਇਆ, ਜਪਜੀ ਦੇ ਪ੍ਰਵਾਹ ਚੱਲਣ ਲੱਗ ਪਏ। ਇੱਕ ਘਰ ਹੀ ਪ੍ਰਸ਼ਾਦਾ ਛਕਣਗੇ। ਦੇਖੋ ਹੁਣ ਧਿਆਨ ਦੇਣਾ ਇਸ ਗੱਲ ਤੇ। ਜਦੋਂ ਪ੍ਰਸ਼ਾਦਾ ਛਕ ਰਹੇ ਸਨ, ਅਰਦਾਸ ਕਰਨ ਲੱਗੇ ਤੇ ਉਹਨਾਂ ਦੇ ਪਰਿਵਾਰ ਨੇ ਕਿਹਾ ਇਹ ਸਾਡਾ ਬੱਚਾ ਨਾ 14 ਸਾਲ ਦਾ ਹੈ, ਹੋਣ ਵਾਲਾ ਹੈ, ਤੇ ਇਹਨੂੰ ਸਨਾਤਨੀ ਧਰਮ ਨੇ ਕਿਹਾ ਵੇ। ਫਿਰ ਧਿਆਨ ਦੇਣਾ, ਭਾਈ ਲੱਖੂ ਨੂੰ ਕਹਿੰਦੇ ਨੇ ਸਨਾਤਨੀ ਧਰਮ ਨੇ ਕਿਹਾ ਵੇ ਕਿ ਇਹ 14 ਸਾਲ ਦਾ ਹੋਏਗਾ ਤੇ ਮਰ ਜਾਏਗਾ। ਹੁਣ ਜਪਜੀ ਸਾਹਿਬ ਦੀ ਮਹਿਮਾ ਸੁਣੀ ਹੈ, ਮਰ ਜਾਏਗਾ ਬੱਚਾ ਤੁਹਾਡਾ। ਤੇ ਸਾਰਾ ਪਰਿਵਾਰ ਚਿੰਤਿਤ ਸੀ, ਅਰਦਾਸ ਕਰੋ। 1 ਵਾਰੀ ਕਿਹਾ, 2 ਵਾਰੀ ਕਿਹਾ, ਭਾਈ ਲੱਖੂ ਨੇ ਅਣਦੇਖੀ ਗੱਲ ਨੂੰ ਧਿਆਨ ਹੀ ਨਹੀਂ ਦਿੱਤਾ। 3ਜੀ ਵਾਰੀ ਕਿਹਾ, ਉਹਨਾਂ ਨੇ ਕਿਹਾ ਜਾਓ 40। ਉਹ ਕਹਿ ਕੇ ਟੁਰ ਆਏ। ਭਗਤਾਂ ਕਾ ਬੋਲਿਆ ਪ੍ਰਵਾਨ ਹੈ। ਘਰ ਆ ਗਿਆ। ਉਹ ਪਰਿਵਾਰ ਵਾਲੇ ਕਹਿੰਦੇ ਨੇ ਅਸੀਂ ਅਰਦਾਸ ਕਰਾਈ, ਅਸੀਂ ਇਹ ਕਿਹਾ ਭਾਈ ਲੱਖੂ ਜੀ ਸਾਡੇ ਬੱਚੇ ਦੀ ਉਮਰ 14 ਸਾਲ, ਸਨਾਤਨੀ ਧਰਮ ਦੇ ਜਿਹੜੇ ਜੋਸ਼ੀ ਨੇ ਉਹਨਾਂ ਨੇ ਕਿਹਾ ਵੇ ਤੇ ਇਹਦੀ ਮੌਤ ਹੋ ਜਾਣੀ ਹੈ। ਇਹਨਾਂ ਨੇ ਅਰਦਾਸ ਵੀ, ਇਹਨਾਂ ਨੇ 40 ਕਹਿ ਕੇ ਟੁਰ ਗਏ ਨੇ। ਸਮਾਂ ਬੀਤਿਆ, 14 ਸਾਲ, 15 ਸਾਲ ਦਾ ਹੋਇਆ, 15 ਸਾਲ 8-9 ਮਹੀਨੇ ਦੇ ਹੋਏ। ਉਹਨਾਂ ਦਾ ਵਿਸ਼ਵਾਸ ਬਣ ਗਿਆ ਕਿ ਭਾਈ ਲੱਖੂ ਨੇ ਜਿਹੜੀ ਅਰਦਾਸ ਕੀਤੀ ਹੈ, ਸਾਡੇ ਬੱਚੇ ਦੇ ਸਵਾਸ ਵੱਧ ਗਏ ਨੇ। ਕਿਉਂਕਿ ਜਿਹਦੀ ਰਸਨਾ ਤੇ ਜਪਜੀ ਹੋਵੇ ਨਾ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋਣਾ ਤੂੰ ਨਾ ਛੁਟੇ, ਨਿਕਟ ਨਾ ਜਾਈਓ ਦੂਤ। ਜਿੱਥੇ ਗੋਬਿੰਦ ਦਾ, ਰਾਮ ਦਾ ਨਾਮ, ਜਿੱਥੇ ਭਗਤੀ ਹੋ ਰਹੀ ਹੋਵੇ, ਬੰਦਗੀ ਹੋ ਰਹੀ ਹੋਵੇ ਨਾ, ਉੱਥੇ ਧਰਮ ਰਾਜ ਨੂੰ ਵੀ ਹੁਕਮ ਨਹੀਂ ਹੈ ਕਿ ਉਸ ਆਤਮਾ ਨੂੰ ਲੈ ਕੇ ਜਾਵੇ। ਤਾਂ ਹੀ ਕਹੀਦਾ ਨਾਮ ਜਪਣ ਵਾਲਿਆਂ ਦੇ ਚਰਨ ਪਾਓ ਜੀ, ਕਿਉਂਕਿ ਉਹਨਾਂ ਦੇ ਚਰਨਾਂ ਵਿੱਚ ਵੀ ਅੰਮ੍ਰਿਤ ਹੈ, ਉਹਨਾਂ ਦੇ ਹੱਥਾਂ ਵਿੱਚ ਵੀ ਹੈ, ਉਹਨਾਂ ਦੀ ਰਸਨਾ ਤੇ ਵੀ ਹੈ, ਉਹਨਾਂ ਦੀ ਨੇਤਰਾਂ ਤੇ ਵੀ ਹੈ, ਉਹਨਾਂ ਦੇ ਹਿਰਦੇ ਵਿੱਚ ਵੀ ਹੈ। ਤੇ ਜਦ ਇਹ ਗੱਲ ਹੋਈ, ਉਹ ਚਲੇ ਗਏ ਸਨਾਤਨੀ ਧਰਮ ਕੋਲ। ਜਿਹਨੇ ਕਿਹਾ ਸੀ, ਉਹਨੇ ਕਿਹਾ ਜੀ ਤੁਸੀਂ ਕਿਹਾ ਸੀ 14 ਸਾਲ ਦੇ ਮੌਤ ਹੋ ਜਾਏਗੀ, ਸਾਡੇ ਬੱਚੇ ਦੀ ਉਮਰ ਤੇ 15 ਸਾਲ ਤੋਂ ਵੀ ਉੱਤੇ ਹੋ ਗਈ, 8-9 ਮਹੀਨੇ ਹੋ ਗਏ। ਕਹਿੰਦੇ ਨੇ ਹੋ ਨਹੀਂ ਸਕਦਾ। ਕਹਿੰਦੇ ਨੇ ਹੋ ਕਿਉਂ ਨਹੀਂ ਸਕਦਾ? ਉਹਨਾਂ ਨੇ ਗੱਲ ਦੱਸੀ। ਕਹਿੰਦੇ ਇਹ ਕਿਵੇਂ ਹੋ ਸਕਦਾ? ਕਿਸੇ ਦੇ ਕਹਿਣ ਦੇ ਉੱਤੇ ਇਸ ਤਰ੍ਹਾਂ ਵੀ ਕਦੀ ਹੋ ਸਕਦਾ ਹੈ? ਸਾਡੀ ਵਿਦਿਆ ਕਦੀ ਗਲਤ ਹੋ ਹੀ ਨਹੀਂ ਸਕਦੀ। ਇਹ ਬੱਚੇ ਦੀ ਉਮਰ ਹੀ 14 ਸਾਲ ਦੀ ਹੈ। ਉਹਨਾਂ ਕਿਹਾ ਭਾਈ ਲੱਖੂ ਕਿੱਥੇ ਨੇ, ਲੱਭੋ ਉਹਨਾਂ ਨੂੰ। ਉਹ ਕਹਿੰਦੇ ਨੇ ਉਹ ਤੇ ਮੋਜੀ ਆਦਮੀ ਨੇ, ਉਹ ਤੇ ਪਤਾ ਨਹੀਂ ਕਿੱਥੇ ਹੋਣਗੇ। ਲੱਭਿਆ ਉਹਨਾਂ ਨੂੰ, ਉਹ ਕਿਤੇ ਜੰਗਲ ਵਿੱਚ ਲੇਟੇ ਹੋਏ ਸਨ ਭਾਈ ਲੱਖੂ, ਪੂਰੀ ਚੱਦਰ ਤਾਣ ਕੇ।
कई बार चद्दर बंदा लैंदा ना, जिसा को मच्छर ना लड़े, पूरा सिर भी ढक्या होया, पैर भी ढके हुए। जद लभ्या उस सनातनी धर्म का जोशी भी गया, परिवार भी गया, सारे गए, तो वह जंगल दे विच लेटिया पिया चद्दर तान के, तो जब कोल गए तो जपजी साहब का पाठ कर रहे हैं। पाठ यही चल रहा है, जिन्नी नाम ते आया गए मुशक्कत काल, नानक ते मुख उजले केती छुट्टी। जब उन्हें गल सुनी, उन्हें कहा उठ, उन्हें एक लत मारी सनातनी ने, तो उन्हें कहा फिर 60 साल। जब उन्हें 60 कही, उन्होंने बड़ा गुस्सा चढ़िया कि यह चद्दर उतारदा ही नहीं पिया। उन्हें एक लत होर उन्होंने मारी, उन्हें क्या हुण 80। जब वो बड़ा परेशान हो गया, कहते ने 40 सी 60 हुण 80 कह रहा है। उन्हें जबरदस्ती वो चद्दर लाई, ते भाई लखू दे ना खब्बे मूँह ते एक चपेट मारी, ते भाई लखू कहता 90। वो कहता भाई लखू तू मैनूं एक गल दस, मैं तेरे नाल लत्तां मारियां, चपेट मारी, तैनूं कोई असर नहीं होया। फरीदा जोते मारन मुक्कियां, तिन्हां नाल मारे घुम, अपने घर जाइए पैर तिन्हां दे चुम। इन्नी निमरता, ये तेरे को शक्ति कित्थों आई? वो कहता है बाद विचों गल है, तू पहला मैनूं दस तू किहड़े हथ नाल मेरे मूँह ते चपेट मारी है, किहड़े सज्जे बन्ने के खब्बे? कहता खब्बे। कहता फिर एक होर मार दे, 100 पूरा ही कर दे। वो तो चरणों ते पै गया। भाई लखू जी तुहाडी वर्गी निमरता, कहते ने इहदी उम्र भावें 14 साल सी, पर गुरु नानक दे घर जदों कोई प्यार वाला उहदी अरदास करदा ना, तो फिर उम्रां, क्योंकि कर्म बदला दिंदा है गुरु। देखो कर्म भी छोटे पै जांदे ने, बख्शिश वड्डी है। जिस जपजी साहब दे सदके जिहदी उम्र 14 साल सी, उहदी उम्र 90 साल तक भाई लखू दे एक मुबारक बचन दे नाल, एक साध बचन अटलादा, तो जोशी कहता है पैरी पै गया, भाई लखू जी तुहाडे वर्गा कमाई मैनूं माफ़ कर दो, मैं तुहाडे नाल बड़ी बेइज्जती कीती है, मैं मारिया तुहानूं। भाई लखू जी ने कोई गुस्सा नहीं किया। साडे वर्गा हुंदा किसी ने लत्त मारी होवे, भाई मैं तेरा की बिगाड़िया? फिर चपेट मारी, कहते किते खब्बे मारी हुण सज्जे भी मार दे। कहते ने हुण उस दी उम्र 90 साल है। कहते हुण मैनूं उस गुरु दे दर्शन करा जिस गुरु दे सदके तैनूं इतनियां मेहरां होईयां ने। तो फिर भाई लखू ने गुरु अर्जन देव महाराज दे दर्शन कराए। तो मेरे कहण तो मुराद, गुरु समर्थ है। गुरु चाहे जिन्हां दे घरां विच जपजी साहब दा पाठ हुंदा है, तुसी समझो तुहाडे पता नहीं लग रहा, कई बलावां कई दुख परमेश्वर दिता बन्ना, दुख रोग का डेरा पन्ना, अनद करे नर नारी, हर हर प्रभ कृपा धारी, संतो सुख हुआ सब थाई, पार ब्रह्म पूरन परमेश्वर, रवरिया सबनी जाई, कदों तुर की बाणी आई, तिन सगली चिंत मिटाई, दयाल पुरख मेहरबाना, हर नानक सच वखाना। जिन्हां दे घरां विच धुर दी बाणी, गुरु नानक दी बाणी पढ़ी जाती है, तिन सगली चिंत मिटाई। भाई सारियां चिंता मिट जाणगियां। सोए अचिंता जाग चिंता, जहां कहां प्रभ तू वर्तनता, राखा एक हमारा स्वामी। की होएगा? उठत सुखिया बैठत सुखिया, की होएगा? भो नहीं लागे जा ऐसे बुझिया, कोह नानक गुर मंत्र दिड़ाया, घर सुख वसिया बाहर सुख पाया, कोह नानक गुर मंत्र दिड़ाया। सानू जपजी दा ओ मंत्र दिता है प्यारिओ, जेड़ा दुनिया दे कोल नहीं है। अज दुनिया लोग जपजी साहब दा पाठ करके अपने वड्डे तो वड्डे रोगां नू खत्म कर रहे हैं, ते साडे घर खजाना पिया है, प्यो दादे का खोल डिठा खजाना, ता मेरे मन भया निदाना। भाई इस खजाने नू खावो खर्चो,
ਟੋਟ ਨਹੀਂ ਆਣੀ। ਜਿਨ੍ਹਾਂ ਨੇ ਹੱਲੇ ਤੱਕ ਜਪਜੀ ਦੇ ਦਰਸ਼ਨ ਹੀ ਨਹੀਂ ਕੀਤੇ, ਪਾਠ ਹੀ ਨਹੀਂ ਕੀਤਾ, ਭਾਈ ਜਾਗੋ, ਜਾਗ ਲਿਓ ਰੇ ਮਨਾ, ਜਾਗ ਲਿਓ, ਕਹਾਂ ਗਾਫਲ ਸੋਇਆ। ਉਠੋ ਹੁਣ, ਬੋਸ ਉਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੇਂ ਸੋ ਸਿਰ ਕੱਪ ਉਤਾਰ। ਜੇ ਨਹੀਂ ਜਪਜੀ ਸਾਹਿਬ ਦਾ ਪਾਠ ਕਰਦਾ ਤੇ ਸਿਰ ਉਤਾਰ ਕੇ ਰੱਖ ਦੇ, ਉਹ ਸਿਰ ਦਾ ਕੀ ਫਾਇਦਾ। ਤਾਂ ਗੁਰੂ ਸਾਹਿਬ ਅੱਜ ਜੋ ਅਸੀਂ ਜਪਜੀ ਸਾਹਿਬ ਦੀ ਮਹਿਮਾ ਮਾਤਮ ਸੁਣਿਆ ਹੈ, ਮੈਂ ਸਮਝਣਾ ਮੇਰੇ ਸਮੇਤ ਤੁਸੀਂ ਸਾਰੇ, ਅਸੀਂ ਜਪਜੀ ਸਾਹਿਬ ਤੋਂ ਅੱਜ ਹੀ ਕਹਿ ਦਿਓ ਭਾਈ ਪਰਿਵਾਰ ਵਾਲਿਆਂ ਨੂੰ, ਭਾਈ ਬਹੁਤ ਵੱਡਾ ਖਜ਼ਾਨਾ ਗੁਰੂ ਸਾਹਿਬ ਨੇ ਸਾਨੂੰ ਦੇ ਕੇ ਗਏ ਨੇ, ਭਾਈ ਮਨ ਕਰਕੇ ਘੱਟੋ ਘੱਟ ਇੱਕ ਪਾਠ ਤੇ ਅਸੀਂ ਹਾਜ਼ਰੀ ਲਾ ਦਈਏ ਕਰੀਏ। ਔਰ ਜਿੱਥੇ ਵੀ ਸੰਗਤ ਹੋਵੇ ਬੈਠੋ, ਕੋ ਜੀ ਬੈਠ ਕੇ ਆਓ ਇੱਕ ਪਾਠ ਜਪਜੀ ਸਾਹਿਬ ਦਾ ਕਰ ਲਈਏ। ਮੇਰੇ ਕਹਿਣ ਤੋਂ ਮੁਰਾਦ ਇਤਨੀ ਹੈ ਕਿ ਭਾਈ ਜਪਜੀ ਦੀ ਮਹਿਮਾ ਬਹੁਤ ਹੈ। ਮੈਂ ਜੇ ਕਹਾਂ ਮੇਰੀ ਇਹ ਰਸਨਾ ਛੋਟੀ ਪੈ ਜਾਏਗੀ, ਗੁਰੂ ਦੀ ਵਡਿਆਈਆਂ ਤੇ ਬਹੁਤ ਨੇ। ਇਹ ਅਟਕ ਦਰਿਆ ਰੁਕ ਗਿਆ ਸੀ, ਤੁਹਾਨੂੰ ਪਤਾ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜਦੋਂ ਲੜਨਗੇ, ਜਿਹੜੇ ਅਫਗਾਨ ਮਹਾਰਾਜ ਦੇ ਵਿਰੋਧੀ ਹੋ ਗਏ ਸਨ, ਪਟਿਆਲਾ ਦੇ ਜੋ ਵਾਹਿਗੁਰੂ ਜੋ ਮਹਾਰਾਜਾ ਰਣਜੀਤ ਸਿੰਘ ਦੇ ਜੋ ਸਾਰੇ ਬਾਗੀ ਹੋ ਗਏ, ਤੇ ਜਦੋਂ ਇਹਨਾਂ ਨੇ ਪੁੱਤਰ ਸ਼ੇਰ ਸਿੰਘ ਨੂੰ ਭੇਜਿਆ, ਉਹ ਵੀ ਕੁਛ ਨਹੀਂ ਕਰ ਪਾਇਆ। ਫਿਰ ਆਪ ਸੈਨਾ ਲੈ ਕੇ ਸਾਰੀ ਲੋ ਲਸ਼ਕਰ ਲੈ ਕੇ ਜਾ ਚੱਲੇ ਅੱਗੇ। ਅਟਕ ਦਰਿਆ ਚੜਿਆ ਹੋਇਆ ਸੀ ਤੇ ਸਭ ਕਹਿੰਦੇ ਨੇ ਕਿਵੇਂ ਕਰਾਂਗੇ। ਉਸ ਵੇਲੇ ਜਿਹੜੇ ਪਾਣੀ ਕੰਠ ਸੀ ਮਹਾਰਾਜਾ ਰਣਜੀਤ ਸਿੰਘ ਨੂੰ, ਉਹ ਭਰੇ ਦਰਿਆ ਦੇ ਵਿੱਚ ਉਹਨਾਂ ਨੇ ਪਾਠ ਸ਼ੁਰੂ ਕਰਤਾ ਜਪਜੀ ਸਾਹਿਬ ਦਾ। ਔਰ ਇਤਨਾ ਦਰਿਆ ਚੜਿਆ ਹੋਇਆ ਸੀ, ਨੱਕੇ ਤੇ ਸੀ, ਤੇ ਘੋੜੇ ਤੇ ਵਿੱਚ ਖੜੇ ਹੋ ਕੇ ਜਦੋਂ ਪੰਕਤੀ ਆਈ ਨਾ, ਸੁਣੀਏ ਨਹੀਂ, ਸੁਣਿਆ ਸਰਾਂ ਗੁਣਾ ਕੇ ਗਾ, ਸੁਣਿਆ ਸੇਜ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਅਸਗਾ। ਇਹ ਪੰਕਤੀ ਆਈ ਤੇ ਰੁਕ ਗਏ ਮਹਾਰਾਜਾ ਰਣਜੀਤ ਸਿੰਘ, ਇਹੀ ਪੜੀ ਜਾਣ, ਸੁਣਿਆ ਹਾਥ ਹੋਵੇ ਅਸਗਾ, ਸੁਣਿਆ ਹਾਥ ਹੋਵੇ ਅਸਗਾ। ਜਦ ਇਤਨੇ ਜ਼ੋਰ ਨਾਲ ਬੋਲਦੇ ਰਹੇ, ਅਸਗਾ ਹੁੰਦਾ ਸਮੁੰਦਰ, ਤੇ ਜਦੋਂ ਧਿਆਨ ਨਾਲ ਕੋਈ ਬਾਣੀ ਪੜ੍ਹੇ ਸੁਣੇ ਨਾ, ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਸਮੁੰਦਰ ਵੀ ਹੱਥ ਜਿੰਨਾ ਰਹਿ ਜਾਂਦਾ ਹੈ। ਹਾਥ ਹੋਵੇ ਅਸਗਾ, ਤੇ ਰੁਕ ਗਿਆ, ਹੱਥ ਜਿੰਨਾ ਰਹਿ ਗਿਆ ਉਹ ਦਰਿਆ। ਤੇ ਸਾਰੀ ਸੈਨਾ ਨਿਕਲ ਗਈ। ਜਦੋਂ ਸਾਰੀ ਨਿਕਲ ਗਈ, ਫਿਰ ਉਹਨਾਂ ਨੇ ਪਾਠ ਦੀ ਸਮਾਪਤੀ ਕੀਤੀ। ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ। ਉਹ ਦਰਿਆ ਫਿਰ ਪਾਰ ਕੀਤਾ, ਉਹ ਕਿਹਦੇ ਸਦਕੇ? ਜਪਜੀ ਸਾਹਿਬ ਦੇ ਪਾਠ ਦੇ ਸਦਕੇ। ਫਿਰ ਉਹ ਜੰਗ ਵੀ ਜਿੱਤੀ ਮਹਾਰਾਜਾ ਰਣਜੀਤ ਸਿੰਘ ਨੇ, ਉਹ ਵੀ ਕਿਹਦੇ ਸਦਕੇ? ਜਪਜੀ ਸਾਹਿਬ ਦੇ। ਭਾਈ ਜਿਹੜੇ ਘਰ ਕਿਸੇ ਦੇ ਵੀ ਰੁਕੇ ਹੋਣ, ਮੈਂ ਕਹਿੰਦਾ ਕਿਸੇ ਦਾ ਵੱਡੇ ਤੋਂ ਵੱਡਾ ਕੇਸ ਪਿਆ ਹੋਵੇ, ਪਰ ਕੇਸ ਜਾਇਜ਼ ਹੋਵੇ। ਜੇ ਤੁਹਾਡੀ ਤਰੀਕ ਹੋਵੇ, ਮੈਂ ਇੱਕ ਗੱਲ ਦਾ ਦਾਅਵਾ ਕਰਨਾ, ਅੱਜ ਲਿਖ ਲੈਣਾ, ਤੁਹਾਡੇ ਉੱਥੇ ਕੋਰਟ ਤੇ ਕੇਸ ਹੈ, ਕੋਈ ਐਸਾ ਤੁਹਾਡੇ ਉੱਤੇ ਕੋਈ ਬੇਕਾਰ ਦਾ ਤੁਹਾਡੇ ਉੱਤੇ, ਤੁਸੀਂ ਬਿਲਕੁਲ ਬੇਕਸੂਰ ਹੋ, ਪਰ ਤੁਹਾਡੇ ਉੱਤੇ ਕੇਸ ਥੋਪ ਦਿੱਤਾ ਹੈ, ਅੱਜ ਤਰੀਕ ਹੈ, ਉਹਦਾ ਰਿਜ਼ਲਟ ਹੈ, ਮੈਂ ਦਾਅਵੇ ਨਾਲ ਕਹਿਣਾ, ਘਰੋਂ ਨਿਕਲੋ, ਜਪਜੀ ਸਾਹਿਬ ਸ਼ੁਰੂ ਕਰ ਦਿਓ। ਘਰ ਵਾਲਿਆਂ ਨੂੰ ਕਹਿ ਦਿਓ ਜਪਜੀ ਦੀ ਰੋਲ ਚੱਲਦੀ ਰਹੇ, ਜਦ ਤੱਕ ਕੋਰਟ ਦਾ ਫੈਸਲਾ ਨਾ ਆਏ ਤੁਸੀਂ ਜਪਜੀ ਸਾਹਿਬ ਦੀ ਬਾਣੀ ਚੱਲਦੀ ਰਹੇ। ਔਰ ਇੱਧਰ ਚੱਲਦੀ ਰਹੇ, ਉੱਥੇ ਕੋਰਟ ਵਿੱਚ ਕੀ ਹੋਏਗਾ? ਗੁਰੂ ਨਾਨਕ ਪਾਤਸ਼ਾਹ ਆਪ ਜੱਜ ਦੇ ਹਿਰਦੇ ਵਿੱਚ ਬੈਠ ਕੇ ਤੁਹਾਡੇ ਕਾਰਜ ਰਾਸ ਕਰ ਦੇਣਗੇ। ਸੁਣਿਆ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਧੂਪ ਪਾਪ ਕਾ ਨਾਸ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਨ, ਜਪਜੀ ਦੇ ਨਾਲ ਜੁੜੀਏ, ਸਾਰੇ ਹੀ ਜਪਜੀ ਦਾ ਗੁਣ ਗਾਈਏ। ਮੈਂ ਇਤਨੀ ਸੇਵਾ ਪ੍ਰਵਾਨ ਕਰਨੀ, ਮੈਂ ਸਮਾਂ ਬਹੁਤ ਜ਼ਿਆਦਾ ਲੈ ਗਿਆ, ਪਰ ਮੈਨੂੰ ਅੱਜ ਪਿਆਰ ਸੀ ਗੁਰੂ ਦੇ ਪ੍ਰਤੀ। ਮੈਂ ਚਾਹੁੰਦਾ ਸੀ ਸਾਰੇ ਹੀ ਜਪਜੀ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਮੇਰੇ ਕੁੱਕਰ ਦੀ ਵੀ ਅਰਦਾਸ ਕਰੋ ਕਿ ਮੈਂ ਵੀ ਜਪਜੀ ਦੇ ਨਾਲ ਜੁੜਿਆ ਰਵਾਂ, ਤੁਹਾਡੇ ਚਰਨ ਪਰਸਦਾ ਰਵਾਂ। ਇਤਨੀ ਸੇਵਾ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।